ਸਤਿ ਸ੍ਰੀ ਅਕਾਲ। ਤੁਸੀਂ ਪੰਜਾਬਿਸਤਾਨ ਟੀਵੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਸੀਨੀਅਰ ਪੱਤਰਕਾਰ ਗੁਰਵਿੰਦਰ ਸਿੰਘ ਸਬਦ ਮੌਜੂਦ ਨੇ। ਅੱਜ ਅਸੀਂ ਗੱਲਬਾਤ ਕਰਾਂਗੇ ਕਿ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਡੇਰਾਵਾਦ ਦਾ ਪ੍ਰਭਾਵ, ਰਾਮ ਰਹੀਮ ਦੀ ਕਹਿੰਦੇ ਐਂਟਰੀ ਹੋਣੀ ਹੈ, ਫਿਰ ਵੋਟਾਂ ਜਿਹੜੀਆਂ ਨੇ ਉਹ ਫਿਰ ਉਸੇ ਤਰੀਕੇ ਨਾਲ ਜਾਣਗੀਆਂ ਜਿਸ ਤਰੀਕੇ ਨਾਲ ਸਿਆਸੀ ਲੋਕ ਚਾਹੁੰਦੇ ਨੇ। ਕਿਹੜੀ ਪਾਰਟੀ ਨੂੰ ਜਾ ਸਕਦੀਆਂ? ਭਾਜਪਾ ਦਾ ਪੰਜਾਬ 'ਚ ਆਧਾਰ ਤਾਂ ਹੈ ਨਹੀਂ, ਕਾਂਗਰਸ ਨੂੰ ਅਕਾਲੀ ਦਲ ਦੇ ਨਾਲ ਤਾਂ ਬਣਦੀ ਨਹੀਂ। ਹੁਣ ਕਹਿੰਦੇ ਇਸ ਤਰ੍ਹਾਂ ਦੇ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ, ਇਸ ਸਭ ਦੇ ਵਿਚਾਲੇ ਕਿਸਾਨੀ ਅੰਦੋਲਨ ਵੀ ਚੱਲ ਰਿਹਾ ਹੈ। ਅੱਜ ਲੋਕਾਂ ਦੇ ਮਨਾਂ ਦੇ ਵਿੱਚ ਕਿਸਾਨੀ ਅੰਦੋਲਨ ਦਾ ਇਫੈਕਟ ਕੀ ਹੈ ਤੇ ਇਹਦੇ ਵਿਚਾਲੇ ਜਦੋਂ ਡੇਰਾਵਾਦ ਦੀ ਗੱਲ ਹੁੰਦੀ ਹੈ, ਇਹ ਦੋਵੇਂ ਆਪਸ ਦੇ ਵਿੱਚ ਕਿਸ ਤਰ੍ਹਾਂ ਭਿੜਨਗੇ 2022 ਦੀਆਂ ਚੋਣਾਂ ਦੇ ਵਿੱਚ, ਕਿਉਂਕਿ ਲੋਕ ਜਦੋਂ ਕਿਸਾਨੀ ਦੇ ਪਿੱਛੇ ਲੱਗੇ ਨੇ, ਅੱਜ ਲੋਕਾਂ ਨੂੰ ਡੇਰਿਆਂ ਦੀ ਹਕੀਕਤ ਜਿਹੜੀ ਹੈ ਉਹ ਵੀ ਨਜ਼ਰ ਆ ਰਹੀ ਹੈ। ਸਵਾਗਤ ਹੈ ਤੁਹਾਡਾ ਸਮਦ ਸਾਹਿਬ ਪੰਜਾਬਿਸਤਾਨ ਟੀਵੀ ਤੇ। बहुत धन्यवाद ਤੁਹਾਡਾ और ਪੰਜਾਬਿਸਤਾਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਮਦ ਸਾਹਿਬ ਕਿੱਦਾਂ ਦੇਖਦੇ ਹੋ, ਇੱਕ ਪਾਸੇ ਰਾਮ ਰਹੀਮ ਤੇ ਦੂਜੇ ਪਾਸੇ ਕਿਸਾਨੀ ਅੰਦੋਲਨ ਤੇ ਉਹਦੇ ਵਿਚਾਲੇ ਪੰਜਾਬ ਦੀ ਸਿਆਸਤ 2022 ਦੀਆਂ ਚੋਣਾਂ? ਪੰਜਾਬ ਦੀ ਸਿਆਸਤ ਦਾ ਸੁਖਵਿੰਦਰ ਜੀ ਹਾਲ ਇਸ ਵੇਲੇ ਉਹ ਆ ਨਾ ਕਿ ਜਦੋਂ ਦੁੱਧ ਤੋਂ ਮਲਾਈ ਲਾ ਕੇ ਰੱਖੀ ਗਏ ਤੇ ਇੰਨੀ ਖੱਟੀ ਹੋ ਗਈ ਤੇ ਉਹ ਖੱਟੀ ਮਲਾਈ ਦੇ ਨੇੜੇ ਜਾਣ ਨੂੰ ਜੀ ਨਹੀਂ ਕਰਦਾ, ਇੰਨੀ ਸਮੈਲ ਆ ਰਹੀ ਹੁੰਦੀ ਹੈ। ਹਾਲਾਂਕਿ ਪਤਾ ਕਿ ਉਹਦੇ ਵਿੱਚੋਂ ਮੱਖਣ ਬਣ ਕੇ ਤੇ ਆਪਾਂ ਗਰਮ ਕਰਕੇ ਵਿੱਚੋਂ ਘਿਓ ਹੀ ਨਿਕਲਣਾ, ਪਰ ਉਹ ਘਿਓ ਤੋਂ ਪਹਿਲਾਂ ਦਾ ਪ੍ਰੋਸੈਸ ਜਿਹੜਾ ਨਾ ਬਹੁਤ ਮੁਸ਼ਕਿਆ ਹੋਇਆ ਹੁੰਦਾ। ਤੇ ਉਹੀ ਹਾਲ ਪੰਜਾਬ ਦੀ ਸਿਆਸਤ ਦਾ ਇਸ ਵੇਲੇ, ਬਹੁਤ ਮੁਸ਼ਕੀ ਹੋਈ ਸਿਆਸਤ ਆ, ਬਹੁਤ ਗੰਦਲੀ ਹੋਈ ਸਿਆਸਤ ਆ, ਬਹੁਤ ਬੇਹੀ ਕਿਸਮ ਦੀ ਸਿਆਸਤ ਆ ਔਰ ਇੰਨਾ ਬੁਰਾ ਹਾਲ ਆ। ਤੁਸੀਂ ਗੱਲ ਕਰ ਰਹੇ ਹੋ ਬਾਬੇ ਰਾਮ ਰਹੀਮ ਦੀ। ਰਾਮ ਰਹੀਮ ਇਸ ਵੇਲੇ ਚਰਚਾ ਵਿੱਚ ਹੈ ਕਿ ਉਹਨਾਂ ਨੂੰ ਬਾਰ-ਬਾਰ ਬੇਲ ਦਿੱਤੀ ਗਈ ਹੈ ਹਰਿਆਣਾ ਗਵਰਨਮੈਂਟ ਵੱਲੋਂ। ਸੋ ਇਸ ਕਰਕੇ ਕਿਤੇ ਨਾ ਕਿਤੇ ਚਰਚਾ ਹੈ ਕਿ ਉਹਨਾਂ ਨੂੰ ਬਾਹਰ ਲਿਆਂਦਾ ਜਾ ਸਕਦਾ। ਸੋ ਪੰਜਾਬ ਦੀ ਸਿਆਸਤ ਦੇ ਉੱਪਰ ਉਹਨਾਂ ਦਾ ਡੈਫੀਨੇਟਲੀ ਅਸਰ ਰਹੇਗਾ ਔਰ ਉਹਨਾਂ ਨੂੰ ਲਿਆਂਦਾ ਹੀ ਇਸ ਕਰਕੇ ਜਾਏਗਾ ਕਿਉਂਕਿ ਪੰਜਾਬ ਤੇ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕੋਈ ਬਹੁਤੀ ਵਿੱਥ ਨਹੀਂ ਹੁੰਦੀ, ਨਾਲ ਹੀ ਹੁੰਦੀਆਂ ਨੇ। ਤੇ ਰਾਮ ਰਹੀਮ ਦੀ ਦੋਨੇ ਪਾਸੇ ਹੀ ਅਪਰੋਚ ਜਿਹੜੀ ਹੈਗੀ ਆ, ਵੋਟਰ ਲੈਵਲ ਦੀ ਅਪਰੋਚ ਆ, ਇੰਪ੍ਰੈਸ਼ਨ ਹੈਗਾ, ਪ੍ਰਭਾਵ ਹੈਗਾ, ਉਹ ਬਹੁਤ ਜ਼ਿਆਦਾ ਹੈ। ਸੋ ਇਹ 'ਚ ਕੋਈ ਅਤਕਥਨੀ ਨਹੀਂ ਹੋਏਗੀ ਜੇ ਉਹਨੂੰ ਬਾਹਰ ਲਿਆਂਦਾ ਜਾਵੇ। ਬਿਲਕੁਲ ਬਿਲਕੁਲ ਬਿਲਕੁਲ। ਇਲਾਜ ਦੇ ਬਹਾਨੇ ਜਿਹੜਾ ਉਹ ਕਦੇ ਨਾ ਕਦੇ ਆਪਾਂ ਦੇਖਦੇ ਹਾਂ ਕਿ ਰਾਮ ਰਹੀਮ ਸਾਨੂੰ ਹਸਪਤਾਲਾਂ 'ਚ ਨਜ਼ਰ ਆਉਂਦੇ ਨੇ, ਪਰ ਇਹਦੇ ਵਿਚਾਲੇ ਜਦੋਂ ਮੈਂ ਕਿਸਾਨੀ ਅੰਦੋਲਨ ਦੀ ਗੱਲ ਕਰ ਰਿਹਾ ਸੀ, ਪਿੰਡਾਂ ਦੇ ਵਿੱਚ ਇੱਕੋ ਚਰਚਾ, ਇੱਕ ਤਾਂ ਪਾਸੇ ਆਪਾਂ ਦੇਖਦੇ ਹਾਂ ਕਿ ਮਾਲਵਾ ਖਿੱਤੇ ਦੇ ਵਿੱਚ ਜਾਂ ਉਹਨਾਂ ਘਰਾਂ ਦੇ ਵਿੱਚ ਜਿੱਥੇ ਰਾਮ ਰਹੀਮ ਦਾ ਪੂਰਾ ਡੇਰਾ ਆ, ਅੱਜ ਵੀ ਲੋਕ ਮੰਨਦੇ ਨੇ, ਤੇ ਦੂਜੇ ਪਾਸੇ ਕਿਸਾਨੀ ਅੰਦੋਲਨ ਦਾ ਪ੍ਰਭਾਵ ਜਦੋਂ ਅਸੀਂ ਫਸਲਾਂ ਦੀ ਗੱਲ ਕਰਦੇ ਹਾਂ, ਨਸਲਾਂ ਦੀ ਗੱਲ ਕਰਦੇ ਹਾਂ, ਕਿ ਲੋਕ ਜਿਹੜੇ ਨੇ ਉਹ ਪਛੜੇ, ਜਿਹੜੇ ਕਹਿ ਦਿੰਦੇ ਨੇ ਕਿ ਪਛੜੇ ਇਲਾਕਿਆਂ ਤੋਂ ਲੋਕ ਜਿਹੜੇ ਨੇ ਉਹ ਰਾਮ ਰਹੀਮ ਨਾਲ ਜਾਂ ਇਹਨਾਂ ਡੇਰਿਆਂ ਨਾਲ ਜ਼ਿਆਦਾ ਜੁੜੇ ਨੇ। ਉਹ ਐਤਕੀ 2022 ਦੇ ਵਿੱਚ ਆਪਣੀ ਅਗਰ ਪ੍ਰੀਖਿਆ ਦੇ ਵਿੱਚੋਂ ਆਪ ਹੀ ਬਾਹਰ ਨਿਕਲਣਗੇ ਤਾਂ ਹੁਣ ਪ੍ਰੀਖਿਆ ਹੋ ਜਾਣੀ ਹੈ ਨਾ ਕਿ ਚੋਣਾਂ ਦੇ ਵਿੱਚ ਲੋਕਾਂ ਨੂੰ ਚਾਹੀਦਾ ਕੀ ਹੈ, ਕਿ ਇਹ ਡੇਰਿਆਂ ਦੀ ਭਰਮਾਰ ਚਾਹੀਦੀ ਆ, ਇਹਨਾਂ ਦੇ ਮਗਰ ਲੱਗਣਾ, ਜਾਂ ਫਿਰ ਤੁਸੀਂ ਪੰਜਾਬ ਬਾਰੇ ਸੋਚਣਾ? ਵੀਰ ਜੀ ਗੱਲ ਇਹ ਆ ਕਿ ਜਿਹੜੇ ਸਾਡੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਆ ਨਾ, ਖਾਸ ਕਰਕੇ ਪੇਂਡੂ ਤਬਕਾ ਤੇ ਖਾਸ ਕਰਕੇ ਜਿਹੜੇ ਕਿਸਾਨੀ ਨਾਲ ਜੁੜੇ ਹੋਏ ਨੇ ਤੇ ਖਾਸ ਕਰਕੇ ਜਿਹੜੇ ਅੰਦੋਲਨ ਨਾਲ ਜੁੜੇ ਹੋਏ ਨੇ। ਮੈਂ ਜਦੋਂ ਪੈਦਲ ਗਿਆ ਸੀਗਾ ਪਟਿਆਲੇ ਤੋਂ ਸ੍ਰੀ ਮੁਕਤਸਰ ਸਾਹਿਬ ਤੱਕ, ਬਰਨਾਲੇ ਤੋਂ ਅੱਗੇ ਜਿੱਥੇ ਇਹਨਾਂ ਦਾ ਸਲਾਬਤਪੁਰੇ ਵਾਲਾ ਵੱਡਾ ਡੇਰਾ ਹੈਗਾ ਰਾਮ ਰਹੀਮ ਦਾ, ਤੇ ਉਹ ਡੇਰੇ ਦੀ ਆਪਣੀ ਇੱਕ ਕੀ ਬੋਲਦੇ ਨੇ ਪਹੁੰਚ ਹੈਗੀ ਆ, ਪ੍ਰਭਾਵ ਹੈਗਾ। ਪਰ ਇਹਦਾ ਮਤਲਬ ਇਹ ਨਹੀਂ ਹੋ ਜਾਂਦਾ ਕਿ ਉਹਦੇ ਪ੍ਰਭਾਵ ਹੇਠ ਬਾਕੀ ਡੇਰੇ ਖਤਮ ਹੋ ਜਾਂਦੇ ਨੇ। ਉਸ ਤੋਂ ਅੱਗੇ ਕੁਝ ਹਿੰਦੂ ਡੇਰੇ ਹੈਗੇ ਨੇ, ਉਹਨਾਂ ਦਾ ਇੰਨਾ ਜ਼ਿਆਦਾ ਪ੍ਰਭਾਵ ਹੈਗਾ, ਉਹਨਾਂ ਕੋਲ ਇੰਨਾ ਜ਼ਿਆਦਾ ਚੜਾਵਾ ਹੈਗਾ, ਇੰਨਾ ਜ਼ਿਆਦਾ ਲੋਕ ਹਿੱਤ ਦੇ ਕੰਮ ਕਰਦੇ ਨੇ, ਹਸਪੀਟਲਸ ਖੋਲੇ ਹੋਏ ਨੇ, ਨਵੇਂ ਬਿਮਾਰੀਆਂ ਦੇ ਜਿਹੜੀਆਂ ਆ ਰਹੀ ਉਹਨਾਂ ਦੇ ਇਲਾਜ ਕਰਵਾ ਰਹੇ ਨੇ, ਜਿਹੜੇ ਲੋਕਾਂ ਦੀ ਜ਼ਿੰਦਗੀ ਨੂੰ ਸੁਖਾਲਾ ਕਰਨ ਲਈ ਖਾਸ ਕਰਕੇ ਸਿਹਤ ਸੇਵਾਵਾਂ ਦੇ ਨਾਲ ਜੁੜੇ ਹੋਏ ਡੇਰੇ ਨੇ। ਲੋਕਾਂ ਦਾ ਪ੍ਰਭਾਵ ਉਹਨਾਂ ਦੇ ਪ੍ਰਤੀ ਜ਼ਿਆਦਾ ਹੈਗਾ। ਤੁਸੀਂ ਹੈਰਾਨ ਹੋਵੋਗੇ ਕਿ ਮੁਕਤਸਰ ਦੀ ਧਰਤੀ ਸ਼ਹੀਦਾਂ ਦੀ ਧਰਤੀ ਆ, 40 ਮੁਕਤਿਆਂ ਦੀ ਧਰਤੀ ਆ, ਦਮਦਮਾ ਸਾਹਿਬ ਜਿੱਥੋਂ ਸਾਹਿਬ ਸੱਚੇ ਪਾਤਸ਼ਾਹ ਨੇ ਜਿੱਤ ਦੀ ਚਿੱਠੀ ਲਿਖੀ ਸੀ, ਜ਼ਫਰਨਾਮਾ ਲਿਖਿਆ ਸੀ ਔਰੰਗਜ਼ੇਬ ਨੂੰ, ਪੂਰੇ ਦਾ ਪੂਰਾ ਪਿਓਰ ਮਾਲਵੇ ਦਾ ਇਲਾਕਾ ਵੀ ਇੰਨਾ ਜ਼ਿਆਦਾ ਡੇਰਾਵਾਦ ਵਿੱਚ ਵੰਡਿਆ ਹੋਇਆ ਕਿ ਉੱਥੇ ਸਿਰਫ ਸਿੱਖ ਡੇਰਿਆਂ ਦੀ ਵੰਡਤ ਨਹੀਂ ਹੈਗੀ, ਉੱਥੇ ਸਿਰਫ ਰਾਮ ਰਹੀਮ ਦੀ ਵੰਡਤ ਨਹੀਂ ਹੈਗੀ, ਉੱਥੇ ਵੀਰ ਜੀ ਨਿਰੰਕਾਰੀ ਡੇਰੇ ਵਾਲੇ ਵੀ ਬਹੁਤ ਬੈਠੇ ਨੇ। ਬਰਗਾੜੀ ਪਿੰਡ ਦੀ ਤੁਸੀਂ ਗੱਲ ਕਰ ਲਓ, ਬਰਗਾੜੀ ਪਿੰਡ ਜਿੱਥੇ 10ਵੇਂ ਪਾਤਸ਼ਾਹ ਦਾ ਗੁਰਦੁਆਰਾ ਭੌਰ ਸਾਹਿਬ ਪਾਤਸ਼ਾਹੀ 10ਵੀਂ ਬਣਿਆ ਹੋਇਆ, ਜਿਸ ਦੇ ਬਾਹਰ ਗੁਰੂ ਸਾਹਿਬ ਦੇ ਅੰਗ ਬਖੇਰੇ ਗਏ ਸਨ ਰੂੜੀਆਂ ਦੇ ਉੱਤੇ, ਜਿਹੜੇ ਬੁਰਜਵਾਲ ਸਿੰਘ ਵਾਲਾ ਤੋਂ ਗੁਰੂ ਸਾਹਿਬ ਦੀ ਪੀੜ ਉਧਾਲੀ ਗਈ ਸੀ।
ਉਹਦੀ ਗੱਲ ਕਰ ਰਿਹਾ। ਉਹ ਪਿੰਡ ਵਿੱਚ 6 ਤੋਂ 8 ਗੋਤ ਨੇ ਜੱਟਾਂ ਦੇ, 6 ਤੋਂ 8 ਗੋਤ ਜੱਟਾਂ ਦੇ ਨੇ, ਮਤਲਬ ਕਿੰਨੇ ਪਰਿਵਾਰ ਨੇ, ਕਿੱਡਾ ਵੱਡਾ ਪਿੰਡ ਹੋਊਗਾ। ਉਹ ਪਿੰਡ ਵਿੱਚ ਵੀ ਨਿਰੰਕਾਰੀਆਂ ਦਾ ਪ੍ਰਭਾਵ ਬਹੁਤ ਜ਼ਿਆਦਾ ਹੈਗਾ। ਹਾਂ, ਇਹ ਠੀਕ ਆ ਵੀ ਜਦੋਂ ਬਰਗਾੜੀ ਵਾਲਾ ਇਹ ਅੰਦੋਲਨ ਸ਼ੁਰੂ ਹੋਇਆ, ਬਹਿਬਲ ਕਲਾਂ ਵਾਲਾ ਕਾਂਡ ਹੋਇਆ, ਉਸ ਤੋਂ ਬਾਅਦ ਬਹੁਤ ਲੋਕ ਨੇ ਜਿਹੜੇ ਇਸ ਡੇਰੇ ਨੂੰ ਮੰਨਣ ਵਾਲੇ ਸੀ, ਸਿਰਸਾ ਡੇਰੇ ਨੂੰ, ਉਹ ਵਾਪਸ ਪਰਤ ਗਏ ਆਪਣੀਆਂ ਪੁਰਾਣੀਆਂ ਪਰਤਾਂ ਵਿੱਚ। ਕਿਸਾਨੀ ਵਾਲੇ ਕਿਸਾਨੀ ਚ ਪਰਤ ਗਏ, ਗੁਰਦੁਆਰਿਆਂ ਜਾਣ ਲੱਗ ਗਏ। ਪਰ ਉਹ ਜਿਹੜੀ ਗੁਰਦੁਆਰਿਆਂ ਵਿੱਚ ਨਫ਼ਰੀ ਸੀ ਸਵੇਰੇ ਸ਼ਾਮ ਦੀ, ਉਹ ਬੜੀ ਸੀਮਤ ਸਮੇਂ ਲਈ ਰਹੀ ਸੀ। ਅੱਜ 2015 ਦਾ ਕਾਂਡ ਹੈਗਾ, ਅੱਜ ਅਸੀਂ 21 ਹੋ ਗਈ ਹੈ, 6 ਸਾਲ ਹੋ ਗਏ ਨੇ। 6 ਸਾਲ ਦੇ ਵਿੱਚ ਹਾਲ ਇਹ ਹੋ ਗਿਆ ਕਿ ਸਵੇਰ ਦੀ ਜਿਹੜੀ ਪੰਜ ਬਾਣੀਆਂ ਦੇ ਪਾਠ ਹੁੰਦੇ ਨੇ, ਉਸ ਵੇਲੇ ਗੁਰਦੁਆਰਿਆਂ ਵਿੱਚ ਜਾਓ ਤੁਸੀਂ, 10 ਬੰਦੇ ਤੁਹਾਨੂੰ ਬੜੀ ਮੁਸ਼ਕਿਲ ਨਾਲ ਮਿਲਣਗੇ। ਸ਼ਾਮ ਨੂੰ ਰਹਿਰਾਸ ਸਾਹਿਬ ਦੇ ਸਮੇਂ ਤੁਸੀਂ ਜਾਓ, ਤੁਸੀਂ ਬੰਦੇ ਆਉਂਦੇ ਜਾਣਗੇ, ਮੱਥਾ ਟੇਕਦੇ ਜਾਣਗੇ। ਜਦੋਂ ਸੁਖਾਸਣ ਦਾ ਟਾਈਮ ਹੁੰਦਾ, ਉਦੋਂ ਜਿਹੜੇ ਗ੍ਰੰਥੀ ਸਿੰਘ ਹੁੰਦੇ ਨੇ, ਉਹਨਾਂ ਨੂੰ ਇਹੀ ਗਿਣਨਾ ਪੈਂਦਾ ਜੀ, ਇੱਕ ਮੈਂ ਹੈਗਾ, ਇੱਕ ਚੌਰ ਸਾਹਿਬ ਹੈਗੇ ਨੇ, ਇੱਕ ਜਿਹਨੇ ਗ੍ਰੰਥੀ ਸਿੰਘ ਨੇ ਮਹਾਰਾਜ ਸਿਰ ਤੇ ਸਰੂਪ ਸਜਾਇਆ ਹੋਇਆ। ਬਸ ਐ ਕਰਕੇ ਪੰਜ ਪੂਰੀ ਕਰਕੇ, ਨਗਦੀ ਪੂਰੀ ਕਰਕੇ ਮਹਾਰਾਜ ਦਾ ਸੁਖਾਸਣ ਕਰਦੇ ਨੇ। ਦੁਨੀਆ ਗੱਲਾਂ ਬਹੁਤ ਕਰਦੀ ਆ, ਪਰ ਇੰਨਾ ਜ਼ਹਿਨੀ ਤੌਰ ਤੇ ਇੰਨੇ ਹਾਲਾਤ ਤੋਂ ਮਲੰਗ ਹੋ ਚੁੱਕੇ ਨੇ। ਇਹ ਗੁਰਦੁਆਰੇ ਨਾਲ ਨਹੀਂ ਜੁੜੇ ਹੋਏ, ਇਹ ਸਿਰਫ ਕ੍ਰਿਸ਼ਮਿਆਂ ਨਾਲ ਜੁੜੇ ਹੋਏ ਨੇ। ਇਹ ਕ੍ਰਿਸ਼ਮੇ ਸੰਤ ਕਰਵਾਉਂਦੇ ਨੇ, ਕਿਉਂਕਿ ਸੰਤ ਵੈਲ ਕਨੈਕਟਡ ਨੇ ਪੋਲੀਟੀਸ਼ੀਅਨਸ ਨਾਲ। ਫਲਾਣੇ ਕਿਸੇ ਦੋ ਭਰਾਵਾਂ ਦਾ ਰੌਲਾ ਹੈਗਾ, ਜ਼ਮੀਨ ਦਾ ਰੌਲਾ, ਜਿਹੜਾ ਉਸ ਸੰਤ ਦੇ ਕੋਲੇ ਚਲਿਆ ਗਿਆ ਤਾਂ ਉਹਨੇ ਆਪਣੇ ਨੇਤਾ ਨੂੰ ਕਹਿ ਕੇ ਪੁਲਿਸ ਨੂੰ ਫੋਨ ਕਰਾ ਕੇ ਉਹ ਜਬਰੀ ਜ਼ਮੀਨ ਹਥਿਆਤੀ, ਤੇ ਉਹ ਜੀ ਸੰਤਾਂ ਕਰਕੇ ਕੰਮ ਹੋ ਗਿਆ, ਉਹ ਪਰਿਵਾਰ ਸੰਤਾਂ ਨਾਲ ਜੁੜ ਗਿਆ। ਇਹ ਤੁਸੀਂ ਸੰਤ ਕਸ਼ਮੀਰਾ ਸਿੰਘ ਜਲੰਧਰ ਵਾਲਾ ਇਸ ਕੰਮ ਲਈ ਮਸ਼ਹੂਰ ਰਿਹਾ, ਰਣਜੀਤ ਸਿੰਘ ਢੱਡਰੀਆਂ ਵਾਲਾ ਇਸ ਕੰਮ ਲਈ ਮਸ਼ਹੂਰ ਰਿਹਾ, ਹਾਂਜੀ ਆਪਣਾ ਬਾਬਾ ਸੁਖਦੇਵ ਸਿੰਘ ਬਠਿੰਡੇ ਵਾਲਾ, ਪੁੱਛੋ ਮੰਡੀ ਵਾਲਾ ਇਸ ਕੰਮ ਲਈ ਮਸ਼ਹੂਰ ਰਿਹਾ। ਜਿੱਥੇ ਵੀ ਡੇਰੇ ਬਣਦੇ ਨੇ, ਬਿਆਸ ਵਾਲਿਆਂ ਤੇ ਆਪਾਂ ਨੂੰ ਪਤਾ ਕਿੰਨਾ ਵੱਡੇ ਇਲਜ਼ਾਮ ਲੱਗ ਰਹੇ ਨੇ ਵੀ ਜਮਨਾ ਆਪਣੇ ਬਿਆਸ ਦੇ ਕਿਨਾਰੇ ਜਿੰਨੀਆਂ ਜ਼ਮੀਨਾਂ ਨੇ, ਇਹਨਾਂ ਨੇ ਲੋਕਲ ਪੁਲਿਸ ਦੇ ਨਾਲ ਰਲ ਕੇ ਹੜੱਪ ਲਈਆਂ ਨੇ। ਔਰ ਇਹੀ ਇਲਜ਼ਾਮ ਆਪਾਂ ਜਿਹਦੀ ਗੱਲ ਕਰ ਰਹੇ ਹਾਂ ਬਾਬਾ ਰਾਮ ਰਹੀਮ ਦੇ ਉੱਪਰ ਵੀ ਲੱਗਦੇ ਨੇ ਕਿ ਸਿਰਸਾ ਵਿੱਚ ਇਹਨਾਂ ਨੇ ਬਹੁਤ ਵੱਡਾ ਲੈਂਡ ਪੂਲ ਬਣਾ ਲਿਆ, ਇੱਕ ਲੈਂਡ ਮਾਫੀਆ ਦੀ ਸ਼ੇਪ ਲੈ ਗਏ ਨੇ। ਅਸੀਂ ਤਾਂ ਸਿਰਫ ਰੀਅਲ ਸਟੇਟ ਵਾਲਿਆਂ ਨੂੰ ਲੈਂਡ ਮਾਫੀਆ ਕਹਿੰਦੇ ਆ। ਮੈਂ ਕਹਿੰਦਾ ਕਿ ਜਿਹੜੇ ਸੰਤ ਡੇਰਾਵਾਦ ਆ, ਇਹ ਵੀ ਬਹੁਤ ਵੱਡਾ ਲੈਂਡ ਮਾਫੀਆ ਹੈਗਾ। ਕੱਲੇ ਜਿਹੜੇ ਉਹ ਦਰਿਆਵਾਂ ਦੇ ਪਲਟਣ ਨਾਲ ਸੰਤ ਆ ਉਹਦੀ ਸਰਕਾਰੀ ਜ਼ਮੀਨ ਦੱਬੀ ਬੈਠੇ, ਐਮਐਲਏ ਜਾਂ ਲੋਕਲ ਸਰਪੰਚ ਲੈਂਡ ਮਾਫੀਆ ਨਹੀਂ ਹੈਗਾ, ਇਹ ਵੀ ਉਹਨਾਂ ਵੱਡਾ ਲੈਂਡ ਮਾਫੀਆ, ਔਰ ਬਹੁਤ ਜ਼ਿਆਦਾ ਇੰਟੈਗਰੇਟਿਡ ਨੇ। ਔਰ ਜਿਹੜੀ ਮੈਂ ਵਿੱਚ ਮਿਲਾ ਰਿਹਾ ਨਾ ਕੜੀ, ਇਹ ਕੜੀ ਜਿਹੜੀ ਦਿਖ ਰਹੀ ਹੈ ਤੁਹਾਨੂੰ, ਇਹ ਪੁਲਿਸ ਆ। ਜਿਹਦਾ ਸਾਡੇ ਕੋਲ ਕੋਈ ਹੱਲ ਨਹੀਂ ਹੈਗਾ, ਜਿਹਨੂੰ ਹਮੇਸ਼ਾ ਕਦੇ ਕਦੇ ਨਾ ਟਾਡਾ ਮਿਲ ਜਾਂਦਾ ਜਾਂ ਮਕੋਕਾ ਮਿਲ ਜਾਂਦਾ, ਇਹੋ ਜਿਹਾ ਹਥਿਆਰ ਸਰਕਾਰ ਦੇ ਦਿੰਦੀ ਆ ਤੇ ਉਹਦੇ ਤੇ ਕੰਮ ਕਰਦੇ ਨੇ। ਔਰ ਇਹਦਾ ਜਿਹੜਾ ਸਭ ਤੋਂ ਜ਼ਿਆਦਾ ਨੁਕਸਾਨ ਆ, ਉਹ ਕਿਸਾਨ ਅੰਦੋਲਨ ਨੂੰ ਹੋ ਰਿਹਾ। ਕਿਉਂਕਿ ਤੁਸੀਂ ਦੇਖੋ, ਜਿਹੜੇ ਵੱਡੀਆਂ ਜ਼ਮੀਨਾਂ ਵਾਲੇ ਨੇ, ਉਹ ਤਾਂ ਜ਼ਮੀਨਾਂ ਆਪਣੀਆਂ ਫਸਲਾਂ ਬੀਜ ਰਹੇ ਨੇ, 75,000 ਰੁਪਇਆ ਕਿੱਲੇ ਤੇ ਠੇਕੇ ਤੇ ਲੈ ਕੇ ਜ਼ਮੀਨਾਂ ਬਿਜਾਈ ਕਰ ਰਹੇ ਨੇ। ਮੈਨੂੰ ਦੱਸੋ ਵੀ 75,000 ਠੇਕੇ ਤੇ ਕਿੱਲਾ ਫੀ ਜ਼ਮੀਨ ਲੈ ਕੇ ਕੀ ਮੁੜੂਗਾ ਤੁਹਾਨੂੰ, ਕੀ ਬਚੂਗਾ ਤੁਹਾਨੂੰ? ਫਿਰ ਕਹਿੰਦੇ ਹੋ ਸਰਕਾਰ ਦੇ ਕਰਜ਼ੇ ਮਾਫ ਕਰਾ ਦਿਓ। ਜੇ ਤੁਹਾਨੂੰ ਕਹਿ ਦੇਣਾ ਯਾਰ ਪੜ੍ਹ ਲਿਖ ਲੋ, ਖੇਤੀ ਬਹੁਤ ਇੰਪੋਰਟੈਂਟ ਚੀਜ਼ ਆ, ਇਟਸ ਸਾਇੰਟਿਫਿਕ, ਇਕਨੋਮਿਕ, ਆਰਥਿਕਤਾ ਵੀ ਸਮਝਣੀ ਪਊਗੀ, ਸਾਇੰਸ ਵੀ ਸਮਝਣੀ ਪਊਗੀ, ਖੇਤੀ ਫੇਰ ਹੋਏਗੀ। ਖੇਤੀ ਰੱਬ ਦੇ ਆਸਰੇ, ਬੀਹਾਂ ਦੇ ਆਸਰੇ ਨਹੀਂ ਹੋਣੀ ਹੈਗੀ। ਅਮਰੀਕਾ ਵਿੱਚ, ਕੈਲੀਫੋਰਨੀਆ ਵਿੱਚ ਪਿਛਲੇ 10 ਸਾਲ ਤੋਂ ਸੁੱਕਾ ਹੈਗਾ, ਪਰ ਉਹਨਾਂ ਨੇ ਖੇਤੀ ਸਪਰੇ ਦੇ ਨਾਲ ਸ਼ੁਰੂ ਕੀਤੀ ਹੈ। ਔਰ ਬੀਜ ਕੀ ਰਹੇ ਨੇ ਉਹ? ਫਰੂਟ। ਕਿਹੜਾ ਫਰੂਟ? ਸਭ ਤੋਂ ਮਹਿੰਗਾ ਫਰੂਟ, ਬਦਾਮਾਂ ਦੀ ਖੇਤੀ ਹੋ ਰਹੀ ਆ, ਦਾਖਾਂ ਦੀ ਖੇਤੀ ਹੋ ਰਹੀ ਆ। ਅਸੀਂ ਕਾਹਦੀ ਖੇਤੀ ਕਰ ਰਹੇ ਹਾਂ? ਅਸੀਂ ਲੜ ਰਹੇ ਹਾਂ ਜਿਹਦੇ ਦਾਮ ਲਈ, ਜੀਰੀ ਦੀ, ਕਣਕ ਦੀ। ਔਰ ਇੰਨੀਆਂ ਜ਼ਹਿਰਾਂ ਪਾ ਕੇ ਉਹਨੂੰ ਇੰਨਾ ਜ਼ਹਿਰੀਲਾ ਕਰ ਦਿੰਦੇ ਆ ਕਿ ਬੰਗਲਾਦੇਸ਼ ਵਾਲੇ ਵੀ ਮੋੜ ਰਹੇ ਨੇ, ਭੂਟਾਨ ਵਾਲੇ ਵੀ ਮੋੜ ਰਹੇ ਨੇ, ਨੇਪਾਲ ਵਾਲੇ ਵੀ ਮੋੜ ਰਹੇ ਨੇ। ਸਰਕਾਰ ਕਿਉਂ ਜੀਰੀ ਨੂੰ ਮਨਾ ਕਰ ਰਹੀ ਹੈ? ਕਿਉਂਕਿ ਅੱਗੇ ਜਿੱਥੇ ਹਿੰਦੁਸਤਾਨ ਦੀ ਸਰਕਾਰ ਚੌਲ ਦਾਨ ਦੇ ਕੇ ਸੀਨਾ ਚੌੜਾ ਕਰਕੇ ਬੈਠਦੀ ਸੀ ਨਾ, ਉਹ ਮੁਲਕ ਵਾਪਸ ਕਰ ਰਹੇ ਨੇ, ਕਿਉਂਕਿ ਹੂ ਵੱਲੋਂ ਰਿਕਮੈਂਡਡ ਚੀਜ਼ਾਂ ਨਹੀਂ ਸਾਡੀਆਂ ਪੂਰੀਆਂ ਕਰ ਰਹੀਆਂ। ਸੋ ਕਿਸਾਨਾਂ ਦਾ ਜੋ ਹਾਲਾਤ ਨੇ ਸਮਾਜਿਕ ਤੌਰ ਤੇ, ਧਾਰਮਿਕ ਤੌਰ ਤੇ, ਔਰ ਇਸ ਵੇਲੇ ਕਿਸਾਨੀ ਦੀ ਜੋ ਸਟਰੈਂਥ ਹੋ ਰਹੀ ਆ ਅੰਦੋਲਨ ਦੇ ਵਿੱਚ, ਇੱਕ ਤਾਕਤ ਬਣ ਕੇ ਉੱਭਰ ਰਹੀ ਆ। ਸਰਕਾਰ ਕਦੇ ਨਹੀਂ ਚਾਹੂਗੀ ਕਿ ਜਿਹੜਾ ਵੰਡਿਆ ਹੋਇਆ, ਡੇਰਿਆਂ ਦਾ ਵੰਡਿਆ ਹੋਇਆ ਜਾਂ ਆਪਣਾ ਜਿਣਸਾਂ ਦਾ ਵੰਡਿਆ ਹੋਇਆ, ਜੀ ਕਰਜ਼ੇ ਮਾਫ ਕਰਾਉਣ ਲਈ ਹੱਥ ਅੱਡੀ ਬੈਠਾ ਵੰਡਿਆ ਹੋਇਆ ਕਿਸਾਨ ਆ, ਉਹ ਕਿਸਾਨ ਅੰਦੋਲਨ ਦੇ ਨਾਂ ਦੇ ਉੱਪਰ ਇਕੱਠਾ ਹੋ ਕੇ ਸਟਰੋਂਗ ਹੋ ਜੇ। ਸੋ ਇਸ ਲਈ ਉਹਨਾਂ ਨੂੰ ਕੋਈ ਨਾ ਕੋਈ ਪੈਰਲਲ ਸ਼ਕਤੀ ਕ੍ਰੀਏਟ ਕਰਨੀ ਪਊਗੀ। ਸੋ ਉਹ ਬਾਬਾ ਰਾਮ ਰਹੀਮ ਨੂੰ ਬਾਹਰ ਲੈ ਕੇ ਆਉਣਗੇ। ਬਿਲਕੁਲ ਬਿਲਕੁਲ ਬਿਲਕੁਲ। ਇੱਕ ਸਮਝ ਸਮੇਂ ਦੇ ਵਿਚਾਲੇ ਇਹ ਵੀ ਹੈ ਕਿ ਅੰਦੋਲਨਕਾਰੀ ਜਿਹੜੇ ਕਿਸਾਨ ਨੇ, ਉਹਨਾਂ ਤੇ ਲਗਾਤਾਰ ਪ੍ਰੈਸ਼ਰ ਬਣ ਰਿਹਾ ਹੈ ਕਿ ਉਹ ਆਪਣੀ ਸਿਆਸੀ ਧਿਰ ਪੰਜਾਬ ਦੇ ਵਿੱਚ ਖੜੀ ਕਰਨ।
ਤੇ ਕਈ ਹੁਣ ਜਿਵੇਂ ਗੁਰਨਾਮ ਚੜੀਨੂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਇਸ ਤੋਂ ਬਾਅਦ ਵੀ ਸਵਾਲ ਖੜੇ ਹੋ ਰਹੇ ਨੇ ਕਿ ਆਖਿਰਕਾਰ ਕੀ ਸਿਆਸੀ ਜਿਹੜਾ ਸਵਾਲ ਚੁੱਕਿਆ ਜਾਂਦਾ ਲਗਾਤਾਰ ਉਹ ਖਤਮ ਨਹੀਂ ਹੋਣਾ, ਉਹ ਉਸੇ ਤਰ੍ਹਾਂ ਬਣਿਆ ਰਹਿਣਾ ਆ ਕਿ ਤੁਸੀਂ ਸਿਆਸਤ ਦੇ ਵਿੱਚ ਐਂਟਰੀ ਕਿਉਂ ਨਹੀਂ ਕਰਦੇ। ਜੇ ਤੁਸੀਂ ਨਿਜ਼ਾਮ ਬਦਲਣਾ, ਜੇ ਤੁਸੀਂ ਸਿਆਸਤ ਤੋਂ ਆਸ ਰੱਖਦੇ ਹੋ, ਸਿਆਸੀ ਲੋਕਾਂ ਤੋਂ ਆਸ ਰੱਖਦੇ ਹੋ, ਤਾਂ ਤੁਸੀਂ ਸਿਆਸਤ ਦੇ ਵਿੱਚ ਕਿਉਂ ਨਹੀਂ ਆਉਂਦੇ। ਇਹਨੂੰ ਕਿੱਦਾਂ ਦੇਖਦੇ ਹੋ ਕਿ ਜੇ ਰਾਮ ਰਹੀਮ ਆਉਂਦਾ ਹੈ ਜਾਂ ਕੋਈ ਵੀ ਆਉਂਦਾ ਪੰਜਾਬ ਦੇ ਵਿੱਚ ਡੇਰਿਆਂ ਦੇ ਵੱਲੋਂ ਪ੍ਰਭਾਵ ਪਾਇਆ ਜਾਂਦਾ ਹੈ, ਤਾਂ ਇਧਰਲੇ ਪਾਸੇ ਕਿਸਾਨ ਕਿਉਂ ਨਹੀਂ ਤੁਰਦੇ, ਕਿਉਂ ਆਪਣੀ ਫਸਲ ਨੂੰ, ਆਪਣੀ ਜਿਣਸ ਨੂੰ ਜਾਂ ਆਪਣੀਆਂ ਨਸਲਾਂ ਨੂੰ ਬਚਾਉਣ ਦੇ ਲਈ, ਜੇ ਤੁਹਾਨੂੰ ਪਤਾ ਹੈ ਕਿ ਸਿਆਸੀ ਲੋਕਾਂ ਨੇ ਹੀ ਗੰਦ ਪਾਇਆ ਤਾਂ ਇੱਥੋਂ ਹੱਲ ਨਿਕਲ ਸਕਦਾ ਹੈ, ਆਪ ਸਾਫ਼ ਸੁਥਰੇ ਹੋ ਕੇ ਅੱਗੇ ਕਿਉਂ ਨਹੀਂ ਆਉਂਦੇ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਗੱਲ ਕਰਦਾ ਮੈਂ, ਜਦੋਂ ਉਹਨਾਂ ਨੇ ਪਾਂਧੇ ਨੂੰ ਮਨਾ ਕੀਤਾ ਸੀ ਕਿ ਮੈਂ ਤੇਰੀ ਪੜ੍ਹਾਈ ਨਹੀਂ ਕਰ ਰਹੀ, ਪੱਟੀ ਤੇ ਏਕ ਓਮਕਾਰ ਲਿਖਿਆ ਸੀ, ਉਹ ਰੈਵੋਲੂਸ਼ਨ ਦੀ ਸਭ ਤੋਂ ਵੱਡੀ ਲੜਾਈ ਦੀ ਸ਼ੁਰੂਆਤ ਦਾ ਨਗਾਰਾ ਸੀ। ਔਰ ਉਹ ਨਗਾਰਾ ਕਦੋਂ ਤੱਕ ਵੱਜਦਾ ਰਿਹਾ? ਜਦੋਂ ਤੱਕ ਆਨੰਦਪੁਰ ਸਾਹਿਬ ਦੇ ਵਿੱਚ ਪੰਜ ਸਿੰਘਾਂ ਨੇ, ਇਨਸਾਨਾਂ ਨੇ ਆਪਣਾ ਸਭ ਕੁਝ ਤਿਆਗ ਕੇ, ਆਪਣੀ ਮੌਤ ਕਬੂਲ ਕਰਕੇ, ਗੁਰੂ ਨੂੰ ਅਰਪਣ ਕਰਕੇ ਪੰਜ ਪਿਆਰੇ ਬਣੇ। ਉਹ ਪੰਜ ਪਿਆਰਿਆਂ ਦੇ ਵਿੱਚੋਂ ਖਾਲਸਾ ਪੰਥ ਉਪਜਿਆ। ਜਿਹੜੇ ਉਹ ਪੰਜ ਪਿਆਰਿਆਂ ਨੂੰ ਕਹਿੰਦੇ ਨੇ, ਜੋ ਪੰਜ ਪਿਆਰਾ ਹਿੰਦੂਆਂ ਵਿੱਚੋਂ ਸੀ, ਮੈਂ ਕਹਿੰਦਾ ਠੀਕ ਹੈ ਹਿੰਦੂਆਂ ਵਿੱਚੋਂ ਸੀ, ਪਰ ਉਹ ਦਰੜੇ ਹੋਏ ਸੀ ਜਿਨ੍ਹਾਂ ਨੂੰ ਹਿੰਦੂਆਂ ਨੇ ਕਦੇ ਪ੍ਰਵਾਨਗੀ ਨਹੀਂ ਦਿੱਤੀ, ਜਿਨ੍ਹਾਂ ਨੂੰ ਮੰਦਿਰਾਂ ਵਿੱਚ ਵੜਨਾ ਅਲਾਉਡ ਨਹੀਂ ਸੀ, ਜਿਨ੍ਹਾਂ ਨੂੰ ਖੂਹਾਂ ਵਿੱਚੋਂ ਪਾਣੀ ਪੀਣਾ ਅਲਾਉਡ ਨਹੀਂ ਸੀ ਹੈਗਾ। ਉਹ ਲੋਕਾਂ ਨੇ ਆ ਕੇ ਗੁਰੂ ਨੂੰ ਆਪਣੇ ਸਿਰ ਦਿੱਤੇ ਔਰ ਗੁਰੂ ਨੇ ਸਿਰ ਲੈ ਕੇ ਫਿਰ ਉਹਨਾਂ ਨੂੰ ਪ੍ਰਵਾਨਗੀ ਦਿੱਤੀ ਆ। ਉਸ ਰੈਵੋਲੂਸ਼ਨ ਦਾ ਟਾਈਮ ਪੀਰੀਅਡ ਦੇਖੋ। ਬਟ ਅਲਟੀਮੇਟਲੀ ਗੁਰੂ ਸਾਹਿਬ ਨੂੰ ਇਹ ਕਹਿਣਾ ਹੀ ਪਿਆ ਨਾ, ਚੂਕਾਰ ਅਜ਼ਮਾ ਹੀਲ ਤੇ ਦਰਗੁਜਸਤ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ। ਉਸ ਵੇਲੇ ਸੁਖਵਿੰਦਰ ਜੀ ਤਲਵਾਰ ਦੀ ਲੜਾਈ ਸੀ, ਉਸ ਵੇਲੇ ਗੁਰੂ ਸਾਹਿਬ ਨੇ ਸ਼ਮਸ਼ੀਰ ਦਸਤ ਕਿਹਾ। ਅੱਜ ਦੀ ਲੜਾਈ ਵੋਟਾਂ ਦੀ ਲੜਾਈ ਆ, ਅੱਜ ਦੀ ਲੜਾਈ ਆਰਥਿਕਤਾ ਦੀ ਲੜਾਈ ਆ। ਸੋ ਅੱਜ ਸਾਨੂੰ ਵੋਟਾਂ ਦਸਤ ਵਿੱਚ ਫੜਨੀਆਂ ਪੈਣਗੀਆਂ। ਸਾਡੀ ਲੜਾਈ ਵੋਟਾਂ ਦੀ ਆ, ਸਾਡਾ ਹਥਿਆਰ ਵੋਟਾਂ ਨੇ। ਜੇ ਅਸੀਂ ਵੋਟਾਂ ਪਾ ਕੇ ਆਪਣਾ ਲੀਡਰ ਨਹੀਂ ਚੁਣ ਸਕਦੇ, ਆਪਣੀ ਸਰਕਾਰ ਨਹੀਂ ਚੁਣ ਸਕਦੇ, ਸਾਨੂੰ ਕੋਈ ਦੇਣ ਨਹੀਂ ਦਿੰਦਾ। ਗੁਰੂ ਸਾਹਿਬ ਨੇ ਇਹ ਵੀ ਕਿਹਾ, ਕੋਈ ਕਿਸੇ ਕੋ ਰਾਜ ਨਾ ਦੀਜੇ, ਜੋ ਨੀਜੇ ਨਿਜ ਬਲ ਪੇ ਲੀਜੇ। ਨਿਜ ਬਲ ਵੀ ਵੋਟਾਂ ਹੀ ਨੇ। ਤੁਸੀਂ ਐਡੇ ਵੱਡੇ ਬਲ ਨੂੰ ਇਕੱਤਰ ਕਰ ਲਿਆ, ਕਿਸਾਨ ਅੰਦੋਲਨ ਖੜਾ ਕਰ ਲਿਆ, ਔਰ ਕਿਸਾਨ ਅੰਦੋਲਨ ਖੜਾ ਕਰਨ ਤੋਂ ਬਾਅਦ ਵੀ ਉਹ ਬੋਲੀ ਸਰਕਾਰ, ਮੋਦੀ ਸਰਕਾਰ ਤੁਹਾਡੀ ਸੁਣਵਾਈ ਨਹੀਂ ਕਰ ਰਹੀ। ਔਰ ਜਿਹੜੇ ਪੰਜਾਬ ਦੀ ਮੌਜੂਦਾ ਸਰਕਾਰ ਆ, ਉਹਦੇ ਇਸ਼ਾਰਿਆਂ ਉੱਤੇ ਨੱਚ ਰਹੀ ਆ। ਸਾਫ਼ ਪਤਾ ਲੱਗ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਿਰਫ ਤੇ ਸਿਰਫ ਨਰਿੰਦਰ ਮੋਦੀ ਦੀ ਗੱਲ ਸੁਣ ਕੇ ਹੀ ਕੰਮ ਕਰ ਰਿਹਾ। ਔਰ ਬਾਦਲ ਦੇ ਨਾਲ ਜਿਸ ਤਰ੍ਹਾਂ ਦੇ ਉਹਨਾਂ ਦੀ ਇੰਟੈਗ੍ਰੇਸ਼ਨ ਹੈਗੀ, ਸਾਬਤ ਕਰਤੀ ਉਹਨਾਂ ਦੇ ਖੁਦ ਦੇ ਸਿਪਾ ਸਲਾਰ ਨਵਜੋਤ ਸਿੰਘ ਸਿੱਧੂ ਨੇ। ਸੋ ਆਪਾਂ ਕੁਝ ਨਹੀਂ ਕਹਿਣਾ, ਉਹਨੇ ਖੁਦ ਹੀ 75-25 ਵਾਲੀ ਰਣਨੀਤੀ ਲਿਆ ਕੇ ਦਿਖਾ ਦਿੱਤੀ ਕਿ ਅਕਾਲੀਆਂ ਦਾ ਕਾਂਗਰਸ ਨਾਲੇ ਚੱਲ ਰਿਹਾ, ਤਾਂ ਉਹਦੇ ਵਿੱਚ ਮੈਂ ਕੀ ਕਹਾਂਗਾ। ਸੋ ਗੱਲ ਉਹੀ ਆ ਜਾਂਦੀ ਆ, ਇਸ ਹਾਲਾਤ ਵਿੱਚ ਕਿਸਾਨਾਂ ਨੂੰ ਆਪਣੀ ਪਾਰਟੀ ਬਣਾਉਣਾ ਹੀ ਅਕਲਮੰਦੀ ਆ। ਜੇ ਇਹ ਬੇਵਕੂਫੀ ਹੁੰਦੀ ਤਾਂ ਕੇਜਰੀਵਾਲ ਵੱਲੋਂ ਬਣਾਈ ਗਈ ਸਰਕਾਰ ਨੂੰ ਦਿੱਲੀ ਦੇ ਲੋਕ ਇੰਨਾ ਮਨਪਸੰਦ ਨਾ ਕਹਿੰਦੇ। ਉਹ ਬੇਵਕੂਫੀ ਸਾਬਤ ਨਹੀਂ ਹੋਈ, ਉਹ ਮੌਕਾ ਪ੍ਰਸਤੀ ਸਾਬਤ ਨਹੀਂ ਆਈ, ਉਹ ਲੋਕ ਹਿੱਤ ਵਿੱਚ ਸਾਬਤ ਹੋਈ ਆ। ਠੀਕ ਆ, ਪੋਲੀਟੀਕਲ ਪਾਰਟੀਆਂ ਨੇ ਇੱਕ ਦੂਜੇ ਨੂੰ ਭੰਡਣਾ ਹੁੰਦਾ। ਅਕਾਲੀ ਕਹਿਣਗੇ ਜੀ ਕੇਜਰੀਵਾਲ ਖਾ ਗਿਆ, ਕਾਂਗਰਸ ਵਾਲੇ ਵੀ ਉਹੀ ਕਹਿਣਗੇ, ਕਿਉਂਕਿ ਡਰ ਇਹਨਾਂ ਨੂੰ ਇਹ ਆ ਕਿ ਜੇ ਪੰਜਾਬ ਦੇ ਧਰਾਤਲ ਦੇ ਉੱਪਰ ਕੋਈ ਤੀਸਰਾ ਪਲੇਅਰ ਪੈਰ ਰੱਖ ਗਿਆ ਔਰ ਉਹਨੇ ਸਦਾ ਲਈ ਪੱਕੇ ਹੋ ਕੇ ਬਹਿ ਜਾਣਾ, ਕਿਉਂਕਿ ਆਮ ਆਦਮੀ ਪਾਰਟੀ ਵੀ ਲੋਕਾਂ ਦੀ ਗੱਲ ਕਰ ਰਹੀ ਆ। ਪਰ ਕੀ ਆਮ ਆਦਮੀ ਪਾਰਟੀ ਕੱਲ ਨੂੰ ਪੰਜਾਬ ਦੇ ਵਿੱਚ ਰਾਜ ਵਿੱਚ ਆ ਜਾਣ ਤੋਂ ਬਾਅਦ ਉਨਾ ਹੀ ਧਿਆਨ ਪੰਜਾਬੀਆਂ ਨੂੰ ਦੇਵੇਗੀ ਜਿੰਨਾ 100% ਕਿਸਾਨਾਂ ਨੂੰ ਚਾਹੀਦਾ, ਜਾਂ ਉਹ ਦਿੱਲੀ ਦੇ ਹਿੱਤਾਂ ਨੂੰ ਪੂਰਦੇ ਜਾਂ ਆਪਣੇ ਬਾਕੀ ਸਿਆਸੀ ਭਵਿੱਖ ਨੂੰ ਪੂਰਦੇ ਹੋਏ ਪੰਜਾਬ ਦੇ ਫੈਸਲੇ ਲਵੇਗੀ? ਇਹ ਕਿਸਾਨਾਂ ਨੂੰ ਸੋਚਣ ਦੀ ਲੋੜ ਆ। ਔਰ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਕਿ ਆਮ ਆਦਮੀ ਪਾਰਟੀ ਉਹੀ ਫੈਸਲੇ ਲਏਗੀ ਜੋ ਉਹਨਾਂ ਦੀ ਦਿੱਲੀ ਹੁਕਮਰਾਨ ਨੂੰ ਫਾਇਦੇਮੰਦ ਸਾਬਤ ਹੋਏਗੀ। ਪੰਜਾਬ ਦਾ ਫਾਇਦਾ ਕਦੇ ਵੀ ਨਹੀਂ ਦੇਖਿਆ ਜਾਊਗਾ ਔਰ ਨਾ ਹੀ ਕਦੇ ਅੱਜ ਤੱਕ ਦੇਖਿਆ ਗਿਆ। ਤੁਸੀਂ ਮਿਸਾਲ ਲੈ ਲਓ, ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਨਾਬ ਸ਼੍ਰੀ ਜਵਾਹਰ ਲਾਲ ਨਹਿਰੂ ਜੀ ਦੀ ਗੱਲ ਕਰ ਲਓ। ਉਹ ਪਹਿਲੇ ਪ੍ਰਧਾਨ ਮੰਤਰੀ ਬਣਦੇ ਨੇ, ਉਹਨਾਂ ਦਾ ਪਹਿਲਾਂ ਡਿਫੈਂਸ ਮਿਨਿਸਟਰ ਕੌਣ ਬਣਦਾ ਹੈਗਾ? ਇੱਕ ਸਰਦਾਰ ਬਣਦਾ, ਇੱਕ ਸਿੱਖ ਬਣਦਾ। ਉਹਨੂੰ ਕਿਉਂ ਬਣਾਇਆ ਗਿਆ? ਕਿਉਂਕਿ ਜਦੋਂ ਮਹਾਰਾਣੀ ਐਲਿਜ਼ਾਬੈਥ ਨਾਲ ਸਿੱਖਾਂ ਦੇ ਰਿਪਰੈਜ਼ੈਂਟੇਟਿਵ ਤੌਰ ਦੇ ਉੱਤੇ ਇੱਕ ਬੰਦੇ ਨੂੰ ਨਾਮਜ਼ਦ ਕਰਨ ਲਈ ਕਿਹਾ ਗਿਆ ਸੀ, ਤਾਂ ਉਹਨੂੰ ਨਾਮਜ਼ਦ ਕੀਤਾ ਗਿਆ, ਉਹਦਾ ਮੂੰਹ ਨੋਟਾਂ ਨਾਲ ਭਰਿਆ ਗਿਆ ਔਰ ਉਹਨੇ ਇਹੀ ਗੱਲ ਕਹੀ ਕਿ ਸਿੱਖ ਭਾਰਤ ਨਾਲ ਰਹਿਣਾ ਹੀ ਪਸੰਦ ਕਰਨਗੇ। ਐਲਿਜ਼ਾਬੈਥ ਨੂੰ ਉਹ ਇਹ ਵੀ ਕਹਿ ਸਕਦਾ ਸੀ ਕਿ ਸਿੱਖ ਆਪਣਾ ਅਲੱਗ ਹਿੱਸਾ ਲੈ ਕੇ ਰਹਿਣਾ ਪਸੰਦ ਕਰਨਗੇ, ਜਾਂ ਉਹ ਐਲਿਜ਼ਾਬੈਥ ਮਹਾਰਾਣੀ ਨੂੰ ਇਹ ਵੀ ਕਹਿ ਸਕਦਾ ਸੀ ਕਿ ਸਿੱਖ ਪਾਕਿਸਤਾਨ ਨਾਲ ਰਹਿਣਾ ਪਸੰਦ ਕਰਨਗੇ। ਜਦੋਂ ਤੁਹਾਨੂੰ ਆਪਸ਼ਨ ਦਿੱਤੀ ਗਈ ਆ, ਉਹ ਆਪਸ਼ਨ ਉਦੋਂ ਹੀ ਵਰਤੋਂ ਵਿੱਚ ਸਹੀ ਆਏਗੀ ਜਦੋਂ ਉਸ ਦਾ ਜਵਾਬ ਇਮਾਨਦਾਰੀ ਨਾਲ ਦਿੱਤਾ ਜਾਊਗਾ ਔਰ ਪੂਰੇ ਸਮੂਹ ਨਾਲ ਜਾਂ ਪੰਥ ਨਾਲ ਡਿਸਕਸ ਕਰਕੇ ਦਿੱਤਾ ਜਾਊਗਾ।
ਉਸ ਬੰਦੇ ਨੇ ਜਵਾਹਰ ਲਾਲ ਨਹਿਰੂ ਨੇ ਜੋ ਉਹਦੇ ਮੂੰਹ ਵਿੱਚ ਪਾਇਆ ਉਹ ਉਹਨੇ ਬੋਲਤਾ। ਔਰ ਉਹੀ ਚੀਜ਼ ਆ ਕਿ ਅੱਜ ਸਿੱਖ ਹਿੰਦੁਸਤਾਨ ਦਾ ਹਿੱਸਾ ਨੇ। ਇਸ ਤੋਂ ਕੋਈ ਕਦਰ ਨਹੀਂ ਕਿ ਅੱਜ ਹਿੰਦੁਸਤਾਨ ਦੀ ਆਤਮਾ ਦਾ ਹਿੱਸਾ ਨੇ ਸਿੱਖ। ਉਹਨਾਂ ਨੂੰ ਤੁਸੀਂ ਅੱਡ ਨਹੀਂ ਕਰ ਸਕਦੇ। ਖਾਲਿਸਤਾਨੀ ਜਿੰਨੇ ਮਰਜ਼ੀ ਨਾਅਰੇ ਮਾਰਦੇ ਰਹਿਣ, ਜਿੰਨਾ ਮਰਜ਼ੀ ਖਰਾਬੀ ਕਰਦੇ ਰਹਿਣ, ਸਿੱਖ ਇੱਕ ਇੰਟੈਗਰਲ ਪਾਰਟ ਆ ਹਿੰਦੁਸਤਾਨ ਦਾ। ਔਰ ਜਦੋਂ ਵੀ ਹਿੰਦੁਸਤਾਨ ਦੇ ਵੱਲ ਕੋਈ ਕਹਿਰੀ ਅੱਖ ਕਰਕੇ ਦੇਖਦਾ ਤਾਂ ਉਸ ਬੰਦੇ ਨੂੰ, ਉਸ ਦੇਸ਼ ਨੂੰ ਵੀ ਸਭ ਤੋਂ ਪਹਿਲਾਂ ਸਿੱਖ ਹੀ ਨਜ਼ਰ ਆਉਂਦਾ। ਇਹ ਸਿੱਖ ਇਸ ਲੈਵਲ ਦੇ ਉੱਪਰ ਹਿੰਦੁਸਤਾਨ ਦਾ ਹਿੱਸਾ। ਔਰ ਕਿਸਾਨੀ ਤੇ ਸਿੱਖੀ ਦਾ ਜਜ਼ਬਾ ਜਿਹੜਾ ਜੋੜ ਕੇ ਦਿਖਾਇਆ ਜਾ ਰਿਹਾ, ਉਸ ਨੂੰ ਜੇ ਥੋੜਾ ਜਿਹਾ ਦੂਰ ਰੱਖਿਆ ਜਾਵੇ ਤਾਂ ਮੇਰੇ ਹਿਸਾਬ ਨਾਲ ਜ਼ਿਆਦਾ ਵਧੀਆ। ਕਿਉਂਕਿ ਇਸ ਵੇਲੇ ਜੇ ਕੋਈ ਧਰਮ ਕੰਮ ਕਰ ਰਿਹਾ ਨਾ, ਉਹ ਕਿਸਾਨੀ ਦਾ ਧਰਮ ਕੰਮ ਕਰ ਰਿਹਾ, ਕਿਸਾਨੀ ਅੰਦੋਲਨ ਕਰ ਰਿਹਾ, ਉਹ ਕਿਸਾਨੀ ਦੇ ਤੌਰ ਦੇ ਉੱਤੇ ਉਹਨਾਂ ਨੂੰ ਇੰਟੈਗ੍ਰੇਸ਼ਨ ਬਣਾਉਣੀ ਚਾਹੀਦੀ ਹੈ, ਨਾ ਕਿ ਸਿੱਖ ਕਿਸਾਨ, ਹਿੰਦੂ ਕਿਸਾਨ, ਮੁਸਲਮਾਨ ਕਿਸਾਨ ਦੇ ਤੌਰ ਤੇ। ਜੇ ਉਹ ਕਿਸਾਨੀ ਨੂੰ ਇੱਕ ਧਰਮ ਬਣਾ ਕੇ ਫੈਸਲੇ ਲੈਣਗੇ ਤਾਂ ਮੇਰੇ ਹਿਸਾਬ ਨਾਲ ਉਹਨਾਂ ਨੂੰ ਪੰਜਾਬ ਦੀ ਸਿਆਸਤ ਵਿੱਚ ਆਉਣਾ ਚਾਹੀਦਾ, ਤਾਂ ਹੀ ਉਹ ਖੇਤ ਮਜ਼ਦੂਰਾਂ ਦਾ ਭਲਾ ਕਰ ਸਕਦੇ ਨੇ। ਨਹੀਂ ਤਾਂ ਫਿਰ ਉਹੀ ਜੋ ਸਿੱਖ ਧਰਮ ਦੇ ਵਿੱਚ ਜੱਟਾਂ ਨੇ ਕੀਤਾ, ਗੁਰਦੁਆਰੇ ਦੱਬ ਲਏ, ਮਾਲਕੀਆਂ ਦੱਬ ਲਈਆਂ ਤੇ ਵਿਚਾਰੇ ਜਿਹੜੀਆਂ ਛੋਟੀਆਂ ਜਾਤਾਂ ਸੀ ਉਹਨਾਂ ਨੂੰ ਬਾਹਰ ਕੱਢਤਾ ਤੇ ਉਹਨਾਂ ਨੂੰ ਆਪਣੇ ਆਪਣੇ ਗੁਰਦੁਆਰੇ ਬਣਾਏ। ਰਵਿਦਾਸ ਦਾ ਗੁਰਦੁਆਰਾ ਬਣ ਗਿਆ, ਨਾਮਦੇਵ ਦਾ ਗੁਰਦੁਆਰਾ ਬਣ ਗਿਆ, ਭਗਤ ਪੀਪੇ ਦਾ ਗੁਰਦੁਆਰਾ ਬਣ ਗਿਆ, ਉੱਥੋਂ ਵੀ ਧੱਕੇ ਪਏ ਤੇ ਫਿਰ ਡੇਰੇ ਬਣ ਗਏ। ਤੇ ਡੇਰੇ ਸਾਡੇ ਲੋਕਾਂ ਦੇ ਮਾਰੇ ਹੋਏ ਧੱਕਿਆਂ ਵਿੱਚੋਂ ਹੀ ਇਹ ਡੇਰੇ ਨਿਕਲੇ ਨੇ। ਕੋਈ ਡੇਰਾ ਆਪ ਤਾਂ ਨਹੀਂ ਬਣ ਗਿਆ। ਉਹ ਠੀਕ ਆ ਕਿ ਸਰਕਾਰਾਂ ਨੇ ਮੌਕਾ ਚੱਕਿਆ ਕਿਉਂਕਿ ਉਹਨਾਂ ਨੇ ਵੀ ਆਪਣੇ ਹਜੂਮ ਨੂੰ ਸਾਂਭਣਾ ਹੈਗਾ, ਚਲਾਉਣਾ ਹੈਗਾ, ਆਪਣੇ ਮੰਤਵ ਪੂਰੇ ਕਰਨੇ ਨੇ। ਕਿਸਾਨਾਂ ਦੇ ਲਈ ਇਸ ਵੇਲੇ ਸਿਆਸਤ ਵਿੱਚ ਆਉਣਾ ਬਹੁਤ ਲਾਜ਼ਮੀ ਹੈ। ਮੈਂ ਜ਼ਰੂਰੀ ਨਹੀਂ ਕਹੂੰਗਾ, ਲਾਜ਼ਮੀ ਹੈ ਜੇ ਆਪਣੇ ਹੱਕ ਲੈਣੇ ਨੇ। ਕਿਉਂਕਿ ਤਾਂ ਹੀ ਤੁਸੀਂ ਇੱਥੇ ਵਿਧਾਨ ਸਭਾ ਵਿੱਚ ਮਤੇ ਪਵਾਓਗੇ, ਤਾਂ ਹੀ ਪਾਰਲੀਮੈਂਟ ਵਿੱਚ ਚੋਣ ਲੜੋਗੇ। ਔਰ ਪੰਜਾਬ ਦੇ ਵਿੱਚ ਜੇ ਕਿਸਾਨਾਂ ਦੀ ਸਰਕਾਰ ਬਣ ਗਈ, ਸੁਖਵਿੰਦਰ ਜੀ, ਲਾ ਲਓ ਕਿ ਪੂਰੇ ਹਿੰਦੁਸਤਾਨ ਦਾ ਮੁਸਤਕਬਲ ਬਦਲ ਜੂ। ਕਿਉਂਕਿ ਬਾਕੀ ਸਟੇਟਾਂ ਵਿੱਚ ਵੀ ਕਿਸਾਨ ਇੰਨੇ ਹੀ ਤਕੜੇ ਨੇ। ਔਰ ਮੈਂ ਕਹਿੰਦਾ ਕਿ ਉਹ ਜੇ ਕਹਿ ਰਹੇ ਨੇ, ਰਾਜੇਵਾਲ ਸਾਹਿਬ ਕਹਿ ਰਹੇ ਨੇ ਜਾਂ ਡਾਕਟਰ ਸਾਹਿਬ ਕਹਿ ਰਹੇ ਨੇ, ਸ਼ਰਮਾ ਜੀ, ਕਿ ਅਸੀਂ ਨਹੀਂ ਜਾਣਾ ਸਿਆਸਤ ਵਿੱਚ, ਤਾਂ ਮੇਰਾ ਇੱਕ ਬੜਾ ਸਿੱਧਾ ਜਿਹਾ ਸਵਾਲ ਆ ਕਿ ਫਿਰ ਉਹ ਬੰਗਾਲ ਦੇ ਵਿੱਚ ਕੀ ਮੱਛੀ ਖਾਣ ਲਈ ਗਏ ਸੀ? ਬੰਗਾਲ ਵਿੱਚ ਮੱਛੀ ਚੌਲ ਬਹੁਤ ਸਵਾਦ ਹੁੰਦਾ, ਵੀ ਉਹ ਖਾਣ ਗਏ ਸੀ। ਇੱਥੇ ਹੜਤਾਲ ਦੇ ਉੱਤੇ ਨਹੀਂ ਮਿਲਦੀ ਸੀ, ਇੱਥੇ ਸ਼ਾਕਾਹਾਰੀ ਭੋਜਨ ਮਿਲਦਾ ਸੀ। ਉੱਥੇ ਕੀ ਕਰਨ ਗਏ ਸੀ? ਉੱਥੇ ਦਾ ਜਿਹੜਾ ਉਹਨਾਂ ਦਾ ਕਦਮ ਆ, ਉਸ ਦੇ ਉਹ ਅੱਜ ਤੱਕ ਭੰਗੜੇ ਪਾ ਰਹੇ ਨੇ ਜੀ ਅਸੀਂ ਭਾਜਪਾ ਹਰਾਈ ਹੈ। ਤੁਸੀਂ ਭਾਜਪਾ ਹਰਾਈ ਹੈ ਦਾ ਮਤਲਬ ਤੁਸੀਂ ਸਿਆਸਤ ਵਿੱਚ ਆ ਚੁੱਕੇ ਹੋ, ਤੁਸੀਂ ਸਿਆਸਤ ਦਾ ਹਿੱਸਾ ਬਣ ਚੁੱਕੇ ਹੋ। ਤੁਸੀਂ ਇਨਕਾਰੀ ਕਿਉਂ ਹੋ ਰਹੇ ਹੋ? ਤੁਸੀਂ ਯੂਪੀ ਦੇ ਵਿੱਚ ਭਾਜਪਾ ਨੂੰ ਪੰਚਾਇਤੀ ਚੋਣਾਂ ਵਿੱਚ ਹਰਾ ਚੁੱਕੇ ਹੋ। ਤੁਸੀਂ ਸਰਦਾਰ ਜੀ ਸਿਆਸਤ ਵਿੱਚ ਆ ਚੁੱਕੇ ਹੋ। ਤੁਸੀਂ ਚੜੂਨੀ ਨੂੰ 7 ਦਿਨ ਲਈ ਸਸਪੈਂਡ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਕਿ ਅਸੀਂ ਸਿਆਸਤ ਵਿੱਚ ਨਹੀਂ ਆਉਣਾ? ਕਿਸਾਨ ਅੰਦੋਲਨ ਵਾਲੇ ਆਪਣੀਆਂ ਅੱਖਾਂ ਬੰਦ ਕਰੀ ਬੈਠੇ ਨੇ, ਉਹ ਸਿਆਸਤ ਵਿੱਚ ਆ ਚੁੱਕੇ ਨੇ। ਜਿੰਨੀ ਛੇਤੀ ਉਹ ਕਹਿੰਦੇ ਨਾ ਵੀ ਸੁੱਤੇ ਪਏ ਨੂੰ ਜਗਾਉਣਾ ਬੜਾ ਸੌਖਾ ਹੁੰਦਾ, ਪਰ ਜੇ ਜਾਗਦਾ ਬੰਦਾ ਸੌਂ ਜੇ ਉਹਨੂੰ ਨਹੀਂ ਫਿਰ ਉਠਾਇਆ ਜਾ ਸਕਦਾ। ਇਸ ਵੇਲੇ ਰਾਜੇਵਾਲ ਜਾਂ ਡਾਕਟਰ ਸਾਹਿਬ ਇਹ ਜਿਹੜੀ ਸੌਣ ਦੀ, ਜਾਗਣ ਵੇਲੇ ਨਿੰਦਰ ਵਿੱਚ ਚਲੇ ਗਏ ਨੇ, ਉਹਨਾਂ ਨੂੰ ਉਹ ਤੋਂ ਨਿਕਲਣਾ ਪੈਣਾ। ਸਿਆਸਤ ਵਿੱਚ ਕਿਸਾਨ ਅੰਦੋਲਨ ਵੜ ਚੁੱਕਿਆ। ਜਿੰਨੀ ਛੇਤੀ ਇਹਨੂੰ ਸ਼ੇਪ ਦੇ ਲੈਣਗੇ ਉਨਾ ਸੌਖਾ ਹੋ ਜਾਊਗਾ। ਸੰਯੁਕਤ ਕਿਸਾਨ ਮੋਰਚਾ 36 ਜਥੇਬੰਦੀਆਂ, ਮੈਨੂੰ ਦੱਸੋ, ਯਾਦ ਕਰੋ, ਆਪਾਂ ਕਾਮਰੇਡਾਂ ਨੂੰ ਤੁਸੀਂ ਗਾਲਾਂ ਤਾਂ ਬਹੁਤ ਕੱਢ ਦਿੰਦੇ ਹੋ, ਪਰ ਜਦੋਂ ਏਟਕ ਦਾ ਕਦੇ ਸਮਾਚਾਰ ਆਉਂਦਾ ਸੀ ਨਾ ਅਖਬਾਰਾਂ 'ਚ, ਤੇ ਏਟਕ ਨੇ ਹੜਤਾਲ ਦਾ ਐਲਾਨ ਕਰ ਦਿੱਤਾ, ਸਰਕਾਰ ਦੇ ਇੱਥੇ ਤਰੇੜੀਆਂ ਆ ਜਾਂਦੀਆਂ ਸੀ। ਕੇਂਦਰ ਸਰਕਾਰ ਦੇ, ਰਾਜ ਸਰਕਾਰ ਦਾ ਤਾਂ ਹਾਲ ਨਾ ਪੁੱਛੋ, ਬੇਹੋਸ਼ੀ ਛਾ ਜਾਂਦੀ ਸੀ ਕਿ ਸਾਡਾ ਸਾਰਾ ਕੁਝ ਬੰਦ ਹੋ ਜੂ। ਉਹ ਹੁੰਦਾ ਏਕਾ। ਕਿਵੇਂ ਏਕਾ ਕਰਦੇ ਸੀ? ਉਹ ਕਾਰਖਾਨੇ ਬੰਦ ਕਰਦੇ ਸੀ, ਖੁਦ ਭੁੱਖ ਨਾਲ ਲੜਾਈ ਕਰਦੇ ਸੀ, ਸੜਕਾਂ ਤੇ ਬੈਠ ਕੇ ਅੰਦੋਲਨ ਕਰਦੇ ਸੀ। ਹੁਣ ਸਾਡਾ ਕਿਸਾਨ ਅੰਦੋਲਨ ਵੀ ਕਰ ਰਿਹਾ ਤੇ ਹਰ 6 ਮਹੀਨੇ ਬਾਅਦ ਫਸਲ ਉਗਾ ਕੇ ਸਰਕਾਰ ਨੂੰ ਵੀ ਦੇਈ ਜਾ ਰਿਹਾ। ਸਰਕਾਰ ਨੂੰ ਅਸੀਂ ਫਸਲ ਉਗਾ ਕੇ ਦੇ ਰਹੇ ਹਾਂ, ਉਹ ਤਾਂ ਸਾਡੇ ਦਾਣੇ ਵੀ ਸਾਡੇ ਤੋਂ ਖਰੀਦ ਰਹੇ ਨੇ, ਸਾਡੇ ਤੇ ਅਹਿਸਾਨ ਵੀ ਕਰ ਰਹੇ ਨੇ, ਸਾਡਾ ਮੱਕੂ ਵੀ ਠੱਪ ਰਹੇ ਨੇ, ਸਾਡੇ ਖਿਲਾਫ ਐਕਟ ਵੀ ਬਣਾ ਰਹੇ ਨੇ। ਤੁਸੀਂ ਕਿਹੜੇ ਪਾਸਿਓਂ ਰੋਕ ਲਾਓਗੇ? ਜਦੋਂ ਤੱਕ ਵਹਿਣ ਬਹਿ ਰਿਹਾ ਨਾ, ਕਿਸਾਨ ਇੱਕ ਵਾਰ ਐਲਾਨ ਕਰ ਦੇਣ ਵੀ ਅਸੀਂ ਖੇਤੀ ਨਹੀਂ ਕਰਾਂਗੇ 6 ਮਹੀਨੇ ਲਈ, ਆਹੀ ਮੋਦੀ ਤੁਹਾਡੇ ਉੱਥੇ ਬਾਰਡਰ ਤੇ ਆ ਕੇ ਨਾ ਬੈਠ ਜੇ ਨਾ, ਡੰਡੌਤ ਕਰਦਾ ਆਵੇ, ਮੇਰਾ ਨਾਂ ਵਟਾ ਦਿਓ। ਸਿਆਸਤ ਨੂੰ ਕਦੇ ਵੀ ਸੁਖਾਲੇ ਤਰੀਕੇ ਨਾਲ, ਔਰ ਅੰਦੋਲਨ ਤਾਂ ਕਦੇ ਵੀ ਨਹੀਂ। ਆਪਾਂ ਹਿੰਦੁਸਤਾਨ ਵਿੱਚ ਸਭ ਤੋਂ ਵੱਡਾ ਜੇ ਚੀਜ਼ ਕਿਸੇ ਨੂੰ ਮੰਗਦੇ ਆ ਤਾਂ ਐਮਰਜੈਂਸੀ ਨੂੰ ਮੰਗਦੇ ਆ। ਜੇਪੀ ਸਾਹਿਬ ਨੂੰ ਯਾਦ ਕਰਦੇ ਆ। ਕਿਉਂ ਯਾਦ ਕਰਦੇ? ਕਿਉਂਕਿ ਉਹਨੇ ਕਰਕੇ ਦਿਖਾਇਆ। ਹਾਲੇ ਤੱਕ ਕਿਸਾਨ ਅੰਦੋਲਨ ਵਿੱਚ ਜੇ ਸਭ ਤੋਂ ਵੱਡਾ ਰੈਵੋਲੂਸ਼ਨ ਆਇਆ ਤਾਂ ਉਹ ਟਕੈਤ ਦੇ ਹੰਝੂ ਆਏ ਨੇ, ਜਿਹੜੇ ਹੰਝੂਆਂ ਨੇ ਹੜ ਲਿਆਤਾ ਸੀ, ਫੌਜ ਵੀ ਭਜਾਤੀ ਸੀ। 26 ਜਨਵਰੀ ਵਾਲਾ ਤਾਂ ਸਾਡਾ ਨਾਸ ਭੱਜ ਗਿਆ, ਕਰਤਾ ਜੋ ਕੁਝ ਕਰਨਾ ਸੀ। ਦੀਪ ਸਿੱਧੂ ਨੇ ਕਰਤਾ, ਲੱਖੇ ਛਡਾਣੇ ਨੇ ਕਰਤਾ,
ਉਹ ਜਿਹੜਾ ਉਹ ਸਿੱਖ ਪ੍ਰਚਾਰਕ ਬਣਿਆ ਹੋਇਆ ਅੰਮ੍ਰਿਤਸਰ ਦਾ ਹੋਮੋਪੈਥੀ ਡਾਕਟਰ, ਉਹਨੇ ਕਰਤਾ ਕੀ ਆ ਤੁਹਾਡਾ ਡਾਕਟਰ ਉਦੋਂ ਕੇ ਕੀ ਮਿਲਿਆ। ਹਾਂ, ਸੋ ਗੱਲ ਇਹ ਆ ਕਿ ਇਹ ਜਿੰਨੀ ਛੇਤੀ ਸਿਆਸਤ ਵਿੱਚ ਆ ਜਾਣਗੇ, ਇਹ ਚਾਹੇ ਫਿਰ ਡੇਰਾ ਦੇ ਜਿੰਨੇ ਵੀ, ਚਾਹੇ ਬਾਪੂ ਆਸਾਰਾਮ ਨੂੰ ਵੀ ਕੱਢ ਲੈਣ, ਹਾਂਜੀ, ਫਿਰ ਸੰਤ ਰਾਮਪਾਲ ਨੂੰ ਵੀ ਕੱਢ ਲੈਣ, ਫਿਰ ਚਾਹੇ ਬਾਬਾ ਰਾਮ ਰਹੀਮ ਨੂੰ ਵੀ ਕੱਢ ਲੈਣ, ਫੇਰ ਨਹੀਂ ਹੋਣਾ, ਕਿਉਂਕਿ ਇਹ ਡੇਰੇ ਧਰਮ ਦੇ ਨਾਂ ਤੇ ਚੱਲਦੇ ਨੇ। ਤੇ ਕਿਸਾਨੀ ਨੂੰ ਜਦੋਂ ਤੱਕ ਧਰਮ ਡਿਕਲੇਅਰ ਨਹੀਂ ਕੀਤਾ ਜਾਂਦਾ, ਇਸ ਅੰਦੋਲਨ ਦਾ ਕੋਈ ਫੈਸਲਾ ਨਹੀਂ ਹੋ ਸਕਦਾ। ਕਿਸਾਨੀ ਨੂੰ ਧਰਮ ਡਿਕਲੇਅਰ ਕਰਨਾ ਪੈਣਾ ਤੇ ਕਿਸਾਨੀ ਨਾਂ ਦੀ ਪਾਰਟੀ ਨੂੰ ਇਲੈਕਸ਼ਨਾਂ ਵਿੱਚ ਕੁੱਦਣਾ ਪੈਣਾ। ਤੁਹਾਡੇ ਕੱਲ ਪ੍ਰੋਗਰਾਮ 'ਚ ਡਾਕਟਰ ਗਰਗ ਸਾਹਿਬ ਕਹਿ ਰਹੇ ਸੀ, ਬੜੀ ਵਧੀਆ ਗੱਲ ਸੀ ਕਿ ਹਾਲ ਦੀ ਘੜੀ ਚਾਹੇ ਨਾ ਕਰਨ, ਵੋਟਾਂ ਦੇ ਨੇੜੇ ਵੀ ਜੇ ਆ ਕੇ ਕਿਸਾਨ ਸਿਆਸਤ ਵਿੱਚ ਆ ਜਾਂਦੇ ਨੇ ਤਾਂ ਨਤੀਜੇ ਇਹਨਾਂ ਨੂੰ ਉਹੀ ਮਿਲਣਗੇ। ਪਰ ਮੈਂ ਕਹਿੰਦਾ ਜੇ ਦੂਸਰੀਆਂ ਪਾਰਟੀਆਂ ਨੇ ਆਪਣੇ ਪੱਤੇ ਲਾ ਤੇ, ਸੰਤਾਂ ਨੇ ਆਪਣੇ ਡੋਰ ਬੰਨ੍ਹਤੀਆਂ, ਫਿਰ ਉਹ ਅਸਰ ਨਹੀਂ ਮਿਲਣਾ ਹੈਗਾ, ਫਿਰ ਨੁਕਸਾਨ ਹੋਊਗਾ। ਹੁਣ ਤੋਂ ਜੇ ਤੁਸੀਂ ਚੱਲ ਪਾਓਗੇ ਤਾਂ ਜਾ ਕੇ ਫਾਇਦਾ ਹੋਊਗਾ। ਕੇਜਰੀਵਾਲ ਵੀ ਚਾਹ ਰਿਹਾ ਕਿ ਮੈਨੂੰ ਕਿਸਾਨ ਸਪੋਰਟ ਕਰ ਦੇਣ, ਸਾਰੇ ਚਾਹ ਰਹੇ ਨੇ, ਪਰ ਕਿਸਾਨ ਸਪੋਰਟ ਕਰਕੇ ਕਿਸੇ ਸਰਕਾਰ ਬਣਾਉਣ ਦੀ ਬਜਾਏ ਆਪ ਹੀ ਬਣ। ਬਿਲਕੁਲ। ਸਾਮੰਤ ਸਾਹਿਬ, ਮੇਰਾ ਆਖਰੀ ਸਵਾਲ ਹੈ ਇਹਦੇ ਵਿੱਚ, ਜਦੋਂ ਆਪਾਂ ਡੇਰਾਵਾਦ ਜਾਂ ਰਾਮ ਰਹੀਮ ਦੀ ਗੱਲ ਕਰਦੇ ਹਾਂ ਤਾਂ ਰਵਾਇਤੀ ਪਾਰਟੀਆਂ ਚਿਹਰਿਆਂ ਦੀ ਰਾਜਨੀਤੀ ਨੂੰ ਮੁੱਖ ਰੱਖਦੀਆਂ ਨੇ, ਜਿਵੇਂ ਕਾਂਗਰਸ ਨਵਜੋਤ ਸਿੱਧੂ ਨੂੰ ਲੈ ਕੇ ਜਾਂ ਕੈਪਟਨ ਸਾਹਿਬ ਨੂੰ ਲੈ ਕੇ, ਅਕਾਲੀ ਦਲ ਬਾਦਲ ਪਰਿਵਾਰ ਨੂੰ ਲੈ ਕੇ, ਭਾਜਪਾ ਆਪਣੇ ਮੋਦੀ ਸਾਹਿਬ ਨੂੰ ਲੈ ਕੇ ਰਾਜਨੀਤੀ ਕਰਦੇ ਨੇ। ਕੀ ਲੱਗਦਾ ਹੈ ਕਿ ਇਹ ਹਨੇਰੀ ਜਿਹੜੀ ਹੈ ਕਿਸਾਨਾਂ ਦੀ, ਇਹਨਾਂ ਨੂੰ ਵੀ ਨਾਲ ਬਹਿ ਕੇ ਲੈ ਜੂਗੀ? ਕਿਉਂਕਿ ਇਹਨਾਂ ਦਾ ਵੀ ਅਸਰ ਜਿਹੜਾ ਹੈ ਉਹ ਬਹੁਤਾ ਦਿਖਣਾ ਨਹੀਂ। ਜੇ ਸਿੱਧੂ ਸਾਹਿਬ ਕਹਿਣ ਕਿ ਮੇਰੇ ਸਿਰ ਤੇ ਕਾਂਗਰਸ ਚੱਲੇ, ਜਾਂ ਕਾਂਗਰਸ ਸੋਚੇ ਕਿ ਅਸੀਂ ਸਿੱਧੂ ਸਾਹਿਬ ਦੇ ਸਿਰ ਤੇ ਚੱਲ ਪਈਏ। ਸੁਖਵਿੰਦਰ ਜੀ, ਸਾਡੇ ਲੋਕਾਂ ਦੀ ਅਗਿਆਨਤਾ ਸਾਡੀ ਦੁਸ਼ਮਣ ਆ। ਬੜਾ ਸਵਾਲ ਬਹੁਤ ਵਾਜਬ ਆ ਔਰ ਬਹੁਤ ਬਰੀਕ ਆ, ਇਹ ਸਮਝ ਵੀ ਨਹੀਂ ਆਉਣਾ ਛੇਤੀ ਛੇਤੀ, ਬਟ ਬਹੁਤ ਵੱਡੀ ਪਹੁੰਚ ਦੀ ਲੋੜ ਆ, ਬਹੁਤ ਵੱਡੇ ਗਿਆਨ ਦੀ ਲੋੜ ਆ। ਜੋ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਕਹਿ ਕੇ ਗਏ ਨੇ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਪਰ ਕਿਸੇ ਨੇ ਮੰਨੇ ਹੀ ਆ, ਪਰ ਪਾਵੇ ਕੁੱਟੇ ਨੇ, ਉਹ ਚੋਂ ਗਿਆਨ ਕਿਸੇ ਨੇ ਨਹੀਂ ਲਿਆ। ਇਹ ਚਿਹਰਿਆਂ ਨੂੰ ਫਿਰ ਰਹੇ ਨੇ, ਜਦੋਂ ਕਿ ਗੁਰੂ ਸਾਹਿਬ ਖੁਦ ਚਿਹਰਾ ਮੂਰਤੀ ਪੂਜਾ ਦੀ ਮਨਾਹੀ ਕਰਕੇ ਗਏ ਨੇ। ਇਹ ਲੋਕ ਫਿਰ ਵੀ ਨਹੀਂ ਸਮਝ ਰਹੇ ਕਿ ਮੂਰਤੀ ਪੂਜਾ ਦੀ ਮਨਾਹੀ ਦਾ ਮਤਲਬ ਕੀ ਆ, ਚਿਹਰਿਆਂ ਨੂੰ ਨਾ ਪੂਜਣ ਦੇ ਮਤਲਬ ਕੀ ਆ। ਲੋਕਾਂ ਦੇ ਕਰਮ ਨੇ। ਲੀਡਰ ਲੋਕਲ ਲੈਵਲ ਤੇ ਆਜ਼ਾਦ ਵੀ ਜਿੱਤ ਸਕਦਾ ਜੇ ਲੋਕ ਸਹੀ ਤਰੀਕੇ ਨਾਲ ਮੁਲਾਂਕਣ ਕਰਨ। ਪਰ ਇਹਨਾਂ ਨੂੰ ਕੀ ਚਾਹੀਦਾ? ਮੁੱਖ ਮੰਤਰੀ ਨਾਲ ਸੈਲਫੀਆਂ ਲੈਣੀਆਂ ਨੇ, ਹਰ ਇੱਕ ਲੜੂ ਮੰਤਰੀ ਨਾਲ ਸੈਲਫੀਆਂ ਲੈਣੀਆਂ ਨੇ। ਇਹਨਾਂ ਨੂੰ ਦੱਸੋ, ਤੁਸੀਂ ਅੱਜ ਇੱਕ ਮੰਤਰੀ ਹੈਗਾ ਸਾਡੇ ਪਟਿਆਲੇ ਦੇ ਨੇੜੇ ਹੀ ਨੇ, ਸਾਧੂ ਸਿੰਘ ਧਰਮਸੋਤ, ਉਹਨਾਂ ਦੇ ਉੱਪਰ ਜਿੰਨੇ ਵੀ ਦਲਿਤ ਵਜ਼ੀਫਿਆਂ ਦਾ ਪੂਰਾ ਖਾ ਜਾਣ ਦੇ ਕਿੰਨੇ ਦੋਸ਼ ਲੱਗ ਰਹੇ ਨੇ। ਹਾਲਾਂਕਿ ਜਿਹੜੀ ਉਹ ਸਿਫਾਰਿਸ਼ ਹੋਈ ਸੀ, ਜਿਹੜੀ ਉਹਨਾਂ ਦੀ ਇਨਕੁਆਇਰੀ ਹੋਈ ਸੀ, ਉਹਦੇ ਵਿੱਚ IAS ਅਫਸਰ ਨੇ ਇਹਨਾਂ ਦੇ ਖਿਲਾਫ ਦੋਸ਼ ਵੀ ਆਇਦ ਕੀਤੇ ਸੀ, ਪਰ ਉਹਦੇ ਤੇ ਕੋਈ ਅਸਰ ਹੋਇਆ ਨਹੀਂ ਔਰ ਚੀਫ ਸੈਕਟਰੀ ਨੇ ਇਹਨਾਂ ਨੂੰ ਸਾਫ਼ ਬਰੀ ਕਰਤਾ। ਉਹ ਇੱਕ ਗੱਲ ਆ। ਪਰ ਮੈਂ ਇਹ ਕਹਿਣਾ ਕਿ ਇੰਨੇ ਦੋਸ਼ ਲੱਗਣ ਦੇ ਬਾਵਜੂਦ ਵੀ ਅੱਜ ਇਹ ਸਰਦਾਰ ਜੀ ਕਿਸੇ ਪਿੰਡ ਵਿੱਚ ਜਾਂਦੇ ਨੇ, ਕਿਸੇ ਜਗ੍ਹਾ ਤੇ ਜਾਂਦੇ ਨੇ, ਤਾਂ ਇਹਨਾਂ ਦੀ ਪਾਰਟੀ ਵਰਕਰਾਂ ਤੋਂ ਇਲਾਵਾ ਹਰ ਮੂਡ ਮਤ ਵੋਟਰ ਇਹਨਾਂ ਦੇ ਗਲ ਵਿੱਚ ਹਾਰ ਵੀ ਪਾਉਣਾ ਚਾਹੁੰਦਾ ਤੇ ਇਹਨਾਂ ਦੇ ਨਾਲ ਸੈਲਫੀ ਖਿਚਾਉਣ ਲਈ ਵੀ ਪੱਬੋਂ ਭਾਰ ਹੋਇਆ ਖੜਾ ਤੁਹਾਨੂੰ ਦਿਖੂਗਾ। ਇਹ ਅਗਿਆਨਤਾ, ਮੈਂ ਕੱਲੇ ਦਲਿਤ ਵਰਗ ਦੀ ਨਹੀਂ ਗੱਲ ਕਰ ਰਿਹਾ, ਤੁਸੀਂ ਜੱਟ ਵਰਗ ਦੀ ਗੱਲ ਕਰ ਲਓ। ਕਰੋਨਾ ਦੇ ਵਿੱਚ ਪੰਜਾਬ ਦੀ ਕਿੰਨਾ ਨੁਕਸਾਨ ਹੋਇਆ ਔਰ ਇਹਦੀ ਜ਼ਿੰਮੇਵਾਰੀ ਅੱਜ ਤੱਕ ਸਾਡੇ ਹੈਲਥ ਮਿਨਿਸਟਰ ਨੇ ਨਹੀਂ ਲਈ, ਸਿੱਧੂ ਸਾਹਿਬ ਨੇ। ਪਰ ਸਿੱਧੂ ਸਾਹਿਬ ਵੀ ਜਦੋਂ ਹੁਣ ਸੰਗਰੂਰ ਆਉਂਦੇ ਨੇ, ਤਪੇ ਆਉਂਦੇ ਨੇ, ਇੱਥੇ ਆਪਣਾ ਅਗਲਾ ਧਰਾਤਲ ਤਲਾਸ਼ ਕਰਦੇ ਫਿਰਦੇ ਨੇ, ਕਿਉਂਕਿ ਮੋਹਾਲੀ ਤੋਂ ਉਹਨਾਂ ਨੂੰ ਟਿਕਟ ਨਹੀਂ ਮਿਲਣੀ ਤੇ ਉਹ ਲੱਭ ਰਹੇ ਨੇ ਸ਼ਾਇਦ ਬਰਨਾਲੇ ਤੋਂ ਕੇਵਲ ਢਿੱਲੋਂ ਹਾਰਿਆ ਹੋਇਆ, ਉੱਥੋਂ ਮੈਨੂੰ ਮਿਲ ਜੇ, ਧੂਰੀ ਤੋਂ ਮਿਲ ਜੇ, ਸੰਗਰੂਰ ਤੋਂ ਮਿਲ ਜੇ, ਲੱਭ ਰਿਹਾ ਧਰਾਤਲ ਬੰਦਾ। ਉੱਥੇ ਵੀ ਲੋਕਾਂ ਦਾ ਇਹੀ ਹਾਲ ਆ। ਉਹਦੇ ਤੇ ਦੋਸ਼ ਕਿੰਨੇ ਲੱਗੇ ਨੇ, ਹਰ ਪਰਿਵਾਰ ਦੇ ਵਿੱਚੋਂ ਇੱਕ ਜੀ ਮਰਿਆ ਕਰੋਨਾ ਨਾਲ, ਪਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਦੋਸ਼ੀ ਇਹ ਨੇ, ਉਹਨਾਂ ਨਾਲ ਸੈਲਫੀਆਂ ਖਿਚਾਉਣ ਨੂੰ ਫਿਰਦੇ ਨੇ। ਸੋ ਮੇਰੀ ਕਹਿਣ ਦੀ ਗੱਲ ਕਿ ਅਗਿਆਨਤਾ ਨਾ, ਜਿਹੜੀ ਸਾਡੀ ਅਗਿਆਨਤਾ, ਉਹ ਅਗਿਆਨਤਾ ਚਿਹਰਾ ਭਾਲਦੀ ਆ। ਉਹ ਅਗਿਆਨਤਾ ਐਸਾ ਚਿਹਰਾ ਭਾਲਦੀ ਆ ਕਿ ਕਰਿਸ਼ਮਾ ਕਰ ਦੂ। ਕਰਿਸ਼ਮਾ ਉਦੋਂ ਤੱਕ ਨਹੀਂ ਹੋਣਾ ਜਦੋਂ ਤੱਕ ਲੋਕ ਆਪ ਨਹੀਂ ਸੁਧਰਦੇ। ਮੈਂ ਥੁੱਕਣ ਲੱਗੇ ਤਾਂ ਦੇਖਦਾ ਨਹੀਂ ਮੈਂ ਕਿਹਦੇ ਤੇ ਥੁੱਕ ਰਿਹਾ, ਸੜਕ ਤੇ ਥੁੱਕ ਰਿਹਾ ਜਾਂ ਨਾਲ ਜਾਂਦੇ ਰਾਹਗੀਰ ਦੇ ਉੱਪਰ ਥੁੱਕ ਰਿਹਾ। ਕੇਲੇ ਦਾ ਛਿਲਕਾ ਬੱਸ 'ਚ ਬੈਠਾ ਮੈਂ ਸਿੱਧਾ ਬੱਸ ਤੋਂ ਕਿਤੇ ਕਾਰ ਤੇ ਡਿੱਗਿਆ, ਸੜਕ ਤੇ ਡਿੱਗਿਆ, ਉਹਦੇ ਵਿੱਚੋਂ ਸਲਿੱਪ ਕਰਕੇ ਕਿਸੇ ਦਾ ਗੋਡਾ ਟੁੱਟਿਆ ਤੇ ਗੋਡਾ ਲੈ ਕੇ ਰਜਿੰਦਰਾ ਹਸਪਤਾਲ ਗਿਆ, ਉੱਥੇ ਉਹਦੀ ਮੌਤ ਹੋ ਗਈ। ਔਰ ਕੇਲੇ ਸਿੱਟਣ ਵਾਲੇ ਨੂੰ ਪਤਾ ਹੀ ਵੀ ਨਹੀਂ ਉਹਦੇ ਚੱਕਰ 'ਚ ਕੀ ਹੋ ਗਿਆ। ਇਹ ਅਗਿਆਨਤਾ। ਜਦੋਂ ਤੱਕ ਅਸੀਂ ਆਪਣੇ ਫਰਜ਼ਾਂ ਨੂੰ ਨਹੀਂ ਨਾ ਸਮਝਾ, ਇਖਲਾਕ ਨੂੰ ਨਹੀਂ ਜਗਾਵਾਂਗੇ, ਇੱਕ ਸ਼ਹਿਰੀ ਦੇ ਫਰਜ਼ ਨਹੀਂ ਸਮਝਾਂਗੇ, ਇੱਕ ਨਾਗਰਿਕ ਦੇ ਫਰਜ਼ ਨਹੀਂ ਸਮਝਾਂਗੇ, ਇੱਕ ਵੋਟ ਦੀ ਪਾਵਰ ਨੂੰ ਨਹੀਂ ਸਮਝਾਂਗੇ, ਵੋਟ ਦੀ ਪਾਵਰ ਨੂੰ ਨਹੀਂ ਸਮਝਾਂਗੇ, ਉਦੋਂ ਤੱਕ ਸਾਡਾ ਕੁਝ ਨਹੀਂ ਹੋ ਸਕਦਾ। ਵੋਟ ਦੀ ਪਾਵਰ ਜਦੋਂ ਤੱਕ ਨਹੀਂ ਸਮਝ ਆਊਗੀ
किसानी अंदोलन किनारे नहीं लगना। ये बड़ा जरूरी है। और तुसी राम रहीम साहब बाहर आ जाणगे ते वो सीधा सीधा वही हीर रांझे वाला किस्सा दुबारे दोहराया जाऊगा कि हीर नूं चाचे कैदो ने ਉਹਦੇ ਨਾਲ ਖੇੜਿਆਂ ਨਾਲ ਵਿਆਹਤਾ ਸੀ, ਪਰ ਮੁੜ ਕੇ ਤਾਂ ਉਹ ਰਾਂਝੇ ਕੋਲੇ ਹੀ ਆਈ ਸੀ ਨਾ। ਸੋ ਬਾਬਾ ਰਾਮ ਰਹੀਮ ਨੇ ਫਾਇਦਾ ਅਕਾਲੀਆਂ ਦਾ ਹੀ ਕਰਨਾ, ਕਿਉਂਕਿ ਅਕਾਲੀਆਂ ਨੇ ਕੁਰਬਾਨੀਆਂ ਉਹਨਾਂ ਲਈ ਬਹੁਤ ਕੀਤੀਆਂ ਨੇ। ਅਕਾਲ ਤਖਤ ਤੋਂ ਮਾਫੀ ਦਿਵਾਤੀ, ਫਿਲਮਾਂ ਹਿੱਟ ਕਰਵਾਤੀਆਂ, ਪਿਛਲੀ ਵਜ਼ਾਰਤ ਹਰਾ ਲਈ ਥੋੜੀਆਂ ਕੁਰਬਾਨੀਆਂ ਨੇ। ਹੁਣ ਉਹਨਾਂ ਦਾ ਆਪਸ ਵਿੱਚ ਤਾਂ ਪਤਾ ਨਾ ਵੀ ਇਹਨੇ ਮੇਰੇ ਲਈ ਬਹੁਤ ਕੁਰਬਾਨੀਆਂ ਕੀਤੀਆਂ ਨੇ। ਸਮਾਜ ਵਿੱਚ ਉਹਦਾ ਕੀ ਰੂਪ ਹੈਗਾ ਮੈਂ ਉਹਦੀ ਗੱਲ ਨਹੀਂ ਕਰ ਰਿਹਾ। ਮੈਂ ਅਕਾਲੀ ਦਲ ਬਾਦਲ ਤੇ ਡੇਰਾ ਸਿਰਸਾ ਦੇ ਇੱਕ ਬੜੇ ਗੂੜੇ ਰਿਸ਼ਤੇ ਦੀ ਗੱਲ ਕਰ ਰਿਹਾ। ਸੰਤ ਬਾਹਰ ਆਉਂਦੇ ਨੇ, ਸਾਧ ਬਾਹਰ ਆਉਂਦਾ ਤਾਂ ਉਹ ਫਾਇਦਾ 100% ਅਕਾਲੀ ਦਲ ਬਾਦਲ ਨੂੰ ਮਿਲੇਗਾ। ਔਰ ਇਸੇ ਕਰਕੇ ਕਾਂਗਰਸ ਵਾਲੇ ਜਿੰਨਾ ਜ਼ੋਰ ਲੱਗ ਰਿਹਾ ਕਿ ਕਿਤੇ ਨਾ ਕਿਤੇ ਜਿੰਨੇ ਜ਼ਿਆਦਾ ਡੇਰੇ ਵਾਲਿਆਂ ਨੂੰ ਸਕੰਜੇ 'ਚ ਲੈ ਲਿਆ ਜਾਵੇ, ਜਿੰਨੇ ਜ਼ਿਆਦਾ ਲੋਕਾਂ ਨੂੰ ਡੇਰੇ ਵਾਲਿਆਂ ਨੂੰ ਬਲੈਮ ਕਰ ਦਿੱਤਾ ਜਾਵੇ ਕਿ ਬਰਗਾੜੀ ਨਾਲ ਜੁੜੇ ਹੋਏ ਨੇ, ਉਹਦੇ ਨਾਲ ਉਹ ਕਰਨਾ ਚਾਹੁੰਦੇ ਨੇ ਕਿ ਅਕਾਲੀ ਦਲ ਬਾਦਲ ਤੇ ਬਰਗਾੜੀ ਤੇ ਸੌਦਾ ਸਾਧ ਇੱਕ ਪਾਸੇ ਨੇ। ਜਿਹੜਾ ਗੁਟਕਾ 'ਚ ਲੈ ਕੇ ਸੌਹਾ ਖਾਧਾ ਸੀ ਉਹਦਾ ਕਿਸੇ ਨੂੰ ਸੁਰਤ ਹੀ ਨਹੀਂ ਹੈਗੀ। ਸੋ ਲੋਕਾਂ ਦਾ ਅਗਿਆਨਤਾ ਦਾ ਮੇਰੇ ਕੋਲੇ ਕੋਈ ਇਲਾਜ ਨਹੀਂ। ਇਹ ਬੰਦਿਆਂ ਕੋਲੇ ਆਪਦੇ ਕੋਲੇ ਇਲਾਜ ਹੁੰਦਾ ਸੁਖਵਿੰਦਰ ਜੀ। ਜਦੋਂ ਤੱਕ ਅਗਿਆਨਤਾ ਇਹ ਸਿਲਸਿਲਾ ਐਂ ਚੱਲੀ ਜਾਊਗਾ, ਲੋਕ ਆਪਣੇ ਆਪ ਨੂੰ ਲੁਟਾਉਂਦੇ ਰਹਿਣਗੇ, ਐਂ ਖੇਤੀ ਦੇ ਵੱਡੇ ਵੱਡੇ ਕਰਜ਼ੇ ਲੈਂਦੇ ਰਹਿਣਗੇ, ਐਂ ਫਾਹੇ ਲੈਂਦੇ ਰਹਿਣਗੇ, ਐਂ ਅੰਦੋਲਨ ਜਾਰੀ ਰਹੂਗਾ। ਪਰ ਅੰਦੋਲਨ ਵਿੱਚ ਜਿਹੜਾ 500 ਬੰਦਾ ਨਿਹੱਥਾ ਮਾਰਿਆ ਗਿਆ ਉਹਦਾ ਜਵਾਬ ਦੇ ਕੌਣ ਆ? ਉਹਨਾਂ ਦਾ ਕੀ ਕਸੂਰ ਸੀ ਮੁੰਡਿਆਂ ਦਾ ਜਿਨ੍ਹਾਂ ਨੇ 100% ਸਪੋਰਟ ਦਿੱਤੀ ਪਰ ਉਹ ਕੋਈ ਐਕਸੀਡੈਂਟ 'ਚ ਮਾਰਿਆ ਗਿਆ, ਕੋਈ ਭਾਜਪਾ ਦੇ ਬੱਟਿਆਂ ਦਾ, ਕੋਈ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਇਆ? ਉਹਨਾਂ ਦਾ ਕੀ ਕਸੂਰ ਸੀ? ਉਹ ਵੀ ਤਾਂ ਲੋਕ ਹੱਕਾਂ ਲਈ ਫਿਰ ਰਹੇ ਸੀ। ਪਰ ਇਹ ਜਿਹੜੇ ਕਿਸਾਨੀ ਮੋਰਚੇ ਦੇ ਲੀਡਰ ਹੈਗੇ ਨੇ, ਇਹਨਾਂ ਨੂੰ ਅੱਖਾਂ ਖੋਲਣੀਆਂ ਪੈਣਗੀਆਂ। ਸਿਆਸਤ ਵਿੱਚ ਆ ਚੁੱਕੇ ਨੇ ਔਰ ਜਿਹੜੇ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਪਰ ਇਨਫਲੂਐਂਸਰ ਬੈਠੇ ਨੇ ਨਾ, ਜਿਵੇਂ ਤੁਸੀਂ ਵੀ ਬਹੁਤ ਨੂੰ ਇੰਟਰਵਿਊ ਕਰਦੇ ਹੋ, ਸਾਰੇ ਇਨਫਲੂਐਂਸਰ ਹੁੰਦੇ ਨੇ ਜੋ ਪ੍ਰਭਾਵ ਦੇ ਸਕਦੇ ਨੇ। ਤੁਹਾਨੂੰ ਕਿਤੇ ਨਾ ਕਿਤੇ ਇਹ ਵੀ ਮਹਿਸੂਸ ਹੋਏਗਾ ਕਿ ਇਨਫਲੂਐਂਸਰ ਵੀ ਕਿਸੇ ਦੇ ਇਨਫਲੂਐਂਸ ਵਿੱਚ ਬੋਲ ਰਹੇ ਨੇ ਕਿ ਕਿਸਾਨਾਂ ਨੂੰ ਸਿਆਸਤ ਵਿੱਚ ਨਹੀਂ ਜਾਣਾ ਚਾਹੀਦਾ। ਪਰ ਜੇ ਤੁਸੀਂ ਆਮ ਲੋਕਾਂ ਦੀ ਰਾਏ ਦੇਖੋ, ਹਾਂਜੀ, ਆਮ ਲੋਕਾਂ ਦੀ ਰਾਏ ਦੇਖੋ, ਆਮ ਲੋਕਾਂ ਦੀ ਰਾਏ ਰੱਬ ਦੀ ਆਵਾਜ਼ ਹੁੰਦੀ ਆ। ਨਾਰਾਏ ਮੇਰੇ ਨੂੰ ਯਾਦ ਨਹੀਂ ਕਹਾਵਤ, ਪਰ ਆਮ ਲੋਕ ਵੀ ਇਹੀ ਚਾਹੁੰਦੇ ਨੇ ਕਿ ਕਿਸਾਨ ਇੱਕ ਹੋ ਜਾਣ। ਪਹਿਲਾਂ ਤਾਂ ਛੱਤੀਆਂ ਦਾ ਮੋਰਚਾ ਜਿਹੜਾ ਬਣਾਇਆ ਵਾ ਨਾ, ਇੱਕ ਯੂਨੀਅਨ ਬਣਾਓ, ਰਾਜੇਵਾਲ ਦੀ ਪਰਿਵਾਰ ਦੀ ਯੂਨੀਅਨ, ਫਲਾਣੇ ਦੀ ਪਰਿਵਾਰ ਦੀ ਯੂਨੀਅਨ। ਯੂਨੀਅਨ ਬੰਦੇ ਦੇ ਨਾਂ ਤੇ ਰਜਿਸਟਰਡ ਹੁੰਦੀ ਆ। ਸਾਡੇ ਕਨਸਟੀਟਿਊਸ਼ਨ ਵਿੱਚ ਇਸ ਤਰ੍ਹਾਂ ਦਾ ਪ੍ਰਾਵਧਾਨ। ਏਟਕ ਬਣੀ ਸੀ, ਉਹ 5 ਮੈਂਬਰੀ ਸੀ। ਫਿਰ ਕਾਮਰੇਡ ਸਾਨੂੰ ਰਾਹ ਦਿਖਾ ਰਹੇ ਨੇ ਵੀ ਤੁਹਾਨੂੰ ਨਿੱਜ ਤਿਆਗ ਕੇ ਲੋਕ ਹਿੱਤ ਲਈ ਇੱਕ ਧੜਾ ਬਣਾਉਣਾ ਪੈਣਾ। ਉਹਨੂੰ ਵੀ 5 ਮੈਂਬਰੀ ਕਮੇਟੀ ਚਲਾਉਂਦੀ ਆ, ਤੁਸੀਂ 7 ਮੈਂਬਰੀ ਕਮੇਟੀ ਚਲਾ ਰਹੇ ਹੋ। ਪਰ ਇੱਕ ਧੜਾ ਤਾਂ ਬਣਾ ਲਓ, ਇੱਕ ਕਮੇਟੀ ਤਾਂ ਬਣਾ ਲਓ, ਨਹੀਂ ਤਾਂ ਇੱਕ ਜ਼ਿਲ੍ਹੇ ਦੇ ਹਿੱਸੇ ਸਵਾ ਯੂਨੀਅਨ ਆਉਂਦੀ ਆ, 1.5 ਯੂਨੀਅਨ ਆਉਂਦੀ ਆ। ਇਹ ਮਤਲਬ ਮਜ਼ਾਕੀਆ ਹਾਲਾਤ ਨੇ। ਪਰ ਜੇ ਵਾਕਈ ਪੰਜਾਬ ਦੇ ਲਈ ਇਹ ਸੰਜੀਦਾ ਨੇ, ਕਿਸਾਨ ਨੇਤਾ ਆਪਣੇ ਕਿਸਾਨ ਭਰਾਵਾਂ ਲਈ ਸੰਜੀਦਾ ਨੇ, ਤਾਂ ਇਹਨਾਂ ਨੂੰ ਸਿਆਸਤ ਵਿੱਚ 100% 16% ਆਉਣਾ ਪੈਣਾ। ਤੇ ਇਹ ਨਵਜੋਤ ਸਿੰਘ ਸਿੱਧੂ ਵਰਗੇ ਜਿਹੜੇ ਵੱਡੇ ਵੱਡੇ ਲੀਡਰ ਨੇ, ਪ੍ਰਤਾਪ ਬਾਜਵਾ, ਅਮਰਿੰਦਰ ਸਿੰਘ, ਰਾਮੂ ਵਾਲੀਆ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਮਨਪ੍ਰੀਤ ਬਾਦਲ ਤੇ ਕੇਜਰੀਵਾਲ ਤੇ ਭਗਵੰਤ ਮਾਨ, ਇਹ ਸਿਆਸਤ ਦੇ ਜਾਏ ਨੇ। ਤੇ ਸਿਆਸਤ ਮਾਇਆ ਹੈਗੀ ਆ ਜੋ ਕਿਸੇ ਦੇ ਹਿੱਸੇ ਨਹੀਂ ਆਈ। ਸੋ ਆਪਣੇ ਹੱਕ ਆਪ ਲੈਣੇ। ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ। ਥੈਂਕ ਯੂ ਸਰ, ਥੈਂਕ ਯੂ ਯਾਦ ਕਰਨ ਲਈ। ਔਰ ਪੰਜਾਬਿਸਤਾਨ ਦੇ ਸਾਰੇ ਦਰਸ਼ਕਾਂ ਨੂੰ ਬਹੁਤ ਪਿਆਰ ਨਾਲ ਸਤਿ ਸ੍ਰੀ ਅਕਾਲ। ਸੋ ਮੇਰੇ ਨਾਲ ਮੌਜੂਦ ਸਨ ਸੀਨੀਅਰ ਪੱਤਰਕਾਰ ਗੁਰਮਿੰਦਰ ਸਿੰਘ ਸਮਦ। ਕਿਸਾਨੀ ਅੰਦੋਲਨ, ਰਾਮ ਰਹੀਮ ਤੇ ਚਿਹਰਿਆਂ ਦੀ ਸਿਆਸਤ, ਇਸ ਉੱਤੇ ਚਰਚਾ ਕੀਤੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਪੰਜਾਬਿਸਤਾਨ ਟੀਵੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।